ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 28 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਬਤ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਅਹਿਮ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਜਾਣਕਾਰੀ ਜਿਹੜੀ ਉਹ ਦਿੰਦੇ ਚੱਲੀਏ ਕਿ ਇਸ ਟਾਈਮ ਸ਼ਹੀਦੀ ਸਭਾਵਾਂ ਦਾ ਜਿਹੜਾ ਕੀਰਤਨ ਸਮਾਗਮ ਹੋ ਰਿਹਾ ਉੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ, ਉਹਦਾ ਜਿਹੜਾ ਟੈਲੀਕਾਸਟ ਹੈ ਉਹ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਇਹਦੇ ਨਾਲ YouTube ਚੈਨਲ ਤੇ ਕੀਤਾ ਜਾ ਰਿਹਾ। ਤੁਸੀਂ ਇਹਨਾਂ ਦੋਨੇ ਪਲੇਟਫਾਰਮਸ ਉੱਤੇ ਜੁੜ ਕੇ ਉਸ ਕੀਰਤਨ ਦਾ ਆਨੰਦ ਮਾਣ ਸਕਦੇ ਹੋ। ਫੇਸਬੁੱਕ ਪੇਜ ਨੂੰ ਲਾਈਕ ਕਰਕੇ ਜੁੜਿਆ ਜਾ ਸਕਦਾ। ਇਸੇ ਤਰ੍ਹਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਬਾ ਕੇ ਤੁਸੀਂ ਇਸ ਕੀਰਤਨ ਦੇ ਨਾਲ ਜੁੜ ਸਕਦੇ ਹੋ ਤੇ ਇਹਦੇ ਨਾਲ ਪੰਜਾਬੀ ਰੇਡੀਓ ਯੂਐਸਏ ਤੇ ਆਉਣ ਵਾਲੀਆਂ ਸਟ੍ਰੀਮਸ ਵੀ ਤੁਹਾਡੇ ਫੋਨ ਤੱਕ ਅੱਪੜਦੀਆਂ ਹੋ ਜਾਣਗੀਆਂ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਸ਼ੁਰੂਆਤ ਕਰੀਏ ਆਪਾਂ SYL ਤੋਂ। ਕਹਿੰਦੇ ਵਿਚੋਲਗੀ ਵਾਲੀ, ਭਾਜਪਾ ਦੀ ਵਿਚੋਲਗੀ ਵਾਲੀ ਤੀਜੀ ਬੈਠਕ ਵੀ ਰਹੀ ਹੈ ਬੇਸਿੱਟਾ ਜੀ। ਪ੍ਰਵੀਨ ਜੀ, ਇਸ ਬੈਠਕ ਚੋਂ ਕੀ ਨਿਕਲਣਾ ਸੀ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ। ਜੀ, ਪੰਜਾਬ ਆਪਣੇ ਸਟੈਂਡ ਤੇ ਉਸੇ ਤੇ ਕਾਇਮ ਹੈ ਤੇ ਜਿਸ ਤੇ ਕਾਇਮ ਰਹਿਣ ਦੀ ਉਮੀਦ ਵੀ ਸੀ। ਸੋ ਹਰਿਆਣੇ ਨੇ ਜਿਹੜਾ ਪੱਖ ਪੂਰਨਾ ਸੀ ਆਪਣਾ, ਉਹਨੇ ਆਪਣਾ ਹੀ ਪੱਖ ਪੂਰਨਾ ਸੀ। ਤੇ ਰਾਜਸਥਾਨ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਇੱਕ ਤਰ੍ਹਾਂ ਨਾਲ ਇਹ ਕਹਿਣ ਨੂੰ ਪੰਜਾਬ ਦੇ ਮੁੱਖ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਦੀ ਬੈਠਕ ਸੀ। ਉਹਨਾਂ ਵਿਚਾਲੇ ਜਲ ਸਰੋਤ ਕੇਂਦਰੀ ਮੰਤਰੀ ਦੀ, ਪਰ ਅਸਲ ਦੇ ਵਿੱਚ ਤਾਂ ਇਹ ਹੈ ਕਿ ਕੇਂਦਰੀ ਜਿਹੜੇ ਜਲ ਸਰੋਤ ਮੰਤਰੀ ਉਹ ਰਾਜਸਥਾਨ ਤੋਂ ਆਉਂਦੇ ਆ ਤੇ ਖੱਟਰ ਹੋਰੀ ਹਰਿਆਣੇ ਤੋਂ ਆਉਂਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ। ਸੋ ਇਸ ਲਈ ਇਹ 3 ਸੂਬਿਆਂ ਦੀ ਸਿੱਧੀ ਬੈਠਕ ਸੀ ਇੱਕ ਤਰ੍ਹਾਂ ਦਾ। ਕਹਿਣ ਨੂੰ ਇਹ ਕੇਂਦਰ ਦੀ ਵਿਚੋਲਗੀ ਵਾਲੀ ਬੈਠਕ ਸੀ, ਪਰ ਜੇਕਰ ਕੇਂਦਰ ਦੀ ਵਿਚੋਲਗੀ ਵਾਲੇ ਹਵਾਲੇ ਨਾਲ ਵੀ ਦੇਖੀਏ ਤਾਂ ਵੀ ਇਹ ਤੀਜੀ ਬੈਠਕ ਹੈ ਜਿਹੜੀ ਜਿਉਂ ਦੀ ਤਿਉਂ ਉਸੇ ਸਥਿਤੀ ਚ ਉੱਠੀ ਹੈ ਜਿਸ ਸਥਿਤੀ ਚ ਪਹਿਲਾਂ ਉੱਠਦੀ ਰਹੀ ਹੈ। ਜੇਕਰ ਮੈਂ ਇਸ ਹਵਾਲੇ ਨਾਲ ਗੱਲ ਕਰਾਂ ਤਾਂ 14 ਅਕਤੂਬਰ 2022 ਨੂੰ ਮਨੋਹਰ ਲਾਲ ਖੱਟਰ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਪਹਿਲੀ ਬੈਠਕ ਹੁੰਦੀ ਹੈ ਇੱਕ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਜੀ ਕੇਂਦਰ ਭੂਮਿਕਾ ਨਿਭਾਵੇ ਤੇ ਆਪਣਾ ਪੱਖ ਵੀ ਦਵੇ, ਤੇ ਜੇਕਰ ਨਿਬੇੜ ਸਕਦਾ ਬਾਹਰ ਮਾਮਲਾ ਨਿਬੇੜੇ, ਨਹੀਂ ਸੁਪਰੀਮ ਕੋਰਟ ਨੇ ਜਿਵੇਂ ਕਿਹਾ ਕਿ ਫਿਰ ਅਸੀਂ ਬਣਵਾ ਲਾਂਗੇ ਜੀ ਨਹਿਰ, ਹੈ ਨਾ, ਉਦਾਂ ਦੇ ਹਵਾਲਿਆਂ ਦੇ ਵਿਚਾਲੇ ਫਿਰ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਵਿੱਚ ਆਉਂਦੇ ਨੇ, ਜਿਹੜੇ 4 ਜਨਵਰੀ 2023 ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਦੇ ਨੇ। ਉਸ ਤੋਂ ਬਾਅਦ ਫਿਰ ਇਹ ਬੈਠਕ 18 ਅਗਸਤ 2023 ਨੂੰ ਹੁੰਦੀ ਹੈ ਤੇ ਹੁਣ 28 ਦਸੰਬਰ 2023 ਨੂੰ ਮਤਲਬ ਕਿ ਤੀਸਰੀ ਬੈਠਕ ਗਜੇਂਦਰ ਸਿੰਘ ਸ਼ੇਖਾਵਤ ਨਾਲ ਹੁੰਦੀ ਹੈ। ਸੋ ਤਿੰਨੇ ਬੈਠਕਾਂ ਦੇ ਵਿੱਚ ਪੰਜਾਬ ਦਾ ਪੱਖ, ਪੰਜਾਬ ਦਾ ਸਟੈਂਡ ਸਪਸ਼ਟ ਹੈ ਕਿ ਸਾਡੇ ਕੋਲ ਜਦੋਂ ਵਾਧੂ ਪਾਣੀ ਹੋਣੀ ਫਿਰ ਅਸੀਂ ਦਈਏ ਕਿੱਥੋਂ। ਜੀ। ਤੇ ਉਸੇ ਤਰਕ ਤੇ ਵਾਰ-ਵਾਰ ਹਰਿਆਣਾ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਹਿ ਰਿਹਾ ਜੀ ਕਿ ਕੋਰਟ ਦੀ ਨਹੀਂ ਮੰਨਦੇ। ਸੁਪਰੀਮ ਕੋਰਟ ਨੇ ਕਿਹਾ ਕਿ ਪਾਣੀ ਦਾ ਤਾਂ ਮਸਲਾ ਹੀ ਨਹੀਂ, ਨਹਿਰ ਬਣਾਓ। ਤੇ ਪੰਜਾਬ ਵਾਲੀ ਧਿਰ ਉਸੇ ਗੱਲ ਤੇ ਕਾਇਮ ਹੈ ਕਿ ਨਹਿਰ ਬਣਾਉਣੀ ਕਾਹਦੇ ਲਈ ਹੈ ਜਦੋਂ ਉਹਦੇ ਵਿੱਚ ਛੱਡਣ ਲਈ ਪਾਣੀ ਹੋਣੀ ਹੈਗਾ। SYL ਤੇ ਪੰਜਾਬ ਦੀ ਤੇ ਹਰਿਆਣਾ ਦੀ ਧਿਰ ਦੇ ਨਾਤੇ ਮੁੱਖ ਮੰਤਰੀ ਤੇ ਉਹਨਾਂ ਦਾ ਪੂਰਾ ਅਮਲਾ ਫਾਲਾ, ਪੂਰੇ ਅਧਿਕਾਰੀ, ਸਾਰੀਆਂ ਐਡਵੋਕੇਟ ਜਨਰਲ ਦੀਆਂ ਟੀਮਾਂ, ਚੀਫ ਸੈਕਟਰੀ, ਸਾਰੇ ਨਾਲ ਹਾਜ਼ਰ ਸੀ। ਤੇ ਉਹ ਤੋਂ ਬਾਅਦ ਕੇਂਦਰੀ ਮੰਤਰੀ ਹਾਜ਼ਰ ਸੀ, ਪਰ ਇਸ ਵਾਰ ਮੇਜ਼ਬਾਨ ਪੰਜਾਬ ਸੀ ਇਹਦਾ। ਸੋ ਇਸ ਲਈ ਚੰਡੀਗੜ੍ਹ ਦੇ ਇੱਕ ਨਾਮੀ ਗ੍ਰਾਮੀ ਹੋਟਲ ਦੇ ਵਿੱਚ ਇਹ ਬੈਠਕ ਹੁੰਦੀ ਹੈ। ਦੇਰ ਸ਼ਾਮ ਨੂੰ ਜਾ ਕੇ ਬੈਠਕ ਨਿਬੜਦੀ ਹੈ। 1.25 ਘੰਟੇ ਦੀ ਇਸ ਬੈਠਕ ਦੀ ਮਤਲਬ ਸਮਾਂ ਹੱਦ ਰਹਿੰਦੀ ਹੈ ਤੇ ਉਸ ਦੇ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਬਕਾਇਦਾ ਦੋਵੇਂ ਮਹਿਮਾਨਾਂ ਦਾ ਜੀ ਆਇਆਂ ਵੀ ਕਰਦੇ ਆ, ਉਹਨਾਂ ਨੂੰ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕਰਦੇ ਆ। ਸੋ ਇਹ ਸਾਰੀ ਕਾਰਵਾਈ ਦੇ ਦਰਮਿਆਨ
ਇਸ ਵਾਰ ਇਹ ਰਿਹਾ ਕਿ ਕੋਈ ਮਤਲਬ ਤਲਖੀ ਨਜ਼ਰ ਨਹੀਂ ਆਈ ਬੈਠਕ 'ਚ। ਬੜੀ ਸਹਿਜਤਾ ਨਾਲ, ਬੜੀ ਨਿਮਰਤਾ ਨਾਲ ਗੱਲਬਾਤ ਹੋਈ, ਜਦੋਂ ਕਿ ਟੋਟਕੇ, ਤੰਜ, ਕਮੈਂਟ ਜ਼ਰੂਰ ਇੱਕ ਦੂਜੇ ਖਿਲਾਫ ਹੁੰਦੇ ਰਹੇ, ਪਰ ਕੁੱਲ ਮਿਲਾ ਕੇ ਇਹੀ ਰਿਹਾ ਕਿ ਬੈਠਕ 'ਚੋਂ ਨਿਕਲਿਆ ਕੁਛ ਨਹੀਂ ਜੀ। ਠੀਕ ਹੈ। ਸੋ ਗੱਲ ਕਿਤੇ ਤਣ ਪੱਤਣ ਨਹੀਂ ਲੱਗੀ ਤੇ ਅਗਲੀ ਸੁਣਵਾਈ ਹੁਣ ਕਹਿੰਦੇ 9 ਤਰੀਕ ਨੂੰ ਹੋਣੀ ਹੈ। ਹਾਂ, ਸ਼ੇਖਾਵਤ ਵੱਲੋਂ ਉਚੇਚੇ ਤੌਰ ਤੇ ਪੰਜਾਬ ਵਿਚਾਲੇ ਜਿਹੜਾ ਹਿੱਸਾ ਏ ਉਹਦੇ ਸਰਵੇਖਣ ਕਰਾਉਣ ਵਾਲੀ ਜਿਹੜੀ ਗੱਲ ਸੀ, ਜਿਹੜੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੇਂਦਰ ਆਪਣੀਆਂ ਟੀਮਾਂ ਭੇਜ ਕੇ ਫਿਰ ਸਰਵੇਖਣ ਕਰਾ ਲਵੇ, ਤੇ ਕੇਂਦਰ ਨੇ ਕਿਹਾ ਸੀ ਅਸੀਂ ਟੀਮਾਂ ਭੇਜ ਰਹੇ ਹਾਂ। ਪਰ ਆਪਾਂ ਗੱਲ ਕਰ ਰਹੇ ਸੀ ਕਿ ਕੇਂਦਰ ਨੇ ਉਹ ਟੀਮਾਂ ਹਾਲੇ ਭੇਜੀਆਂ ਨਹੀਂ, ਰੋਕ ਲਈਆਂ ਨੇ। ਉਹਦੇ ਪਿੱਛੇ ਕੀ ਮਨਸ਼ਾ, ਇਹ ਚਰਚਾ ਚੱਲ ਰਹੀ ਸੀ। ਜੀ ਜੀ। ਸੋ ਅੱਜ ਦੀ ਬੈਠਕ 'ਚ ਸ਼ੇਖਾਵਤ ਨੇ ਉਹ ਵਿਸ਼ਾ ਵੀ ਨਹੀਂ ਛੂਇਆ। ਠੀਕ ਹੈ, ਅੱਛਾ। ਕਿ ਟੀਮਾਂ ਨਹੀਂ ਭੇਜਣੀਆਂ, ਕਦੋਂ ਭੇਜਣੀਆਂ, ਕਿਉਂ ਨਹੀਂ ਅਜੇ ਭੇਜੀਆਂ, ਕਦੋਂ ਭੇਜਾਂਗੇ, ਇਸ ਵਿਸ਼ੇ ਨੂੰ ਛੂਹਣ ਦੀ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਦੋ ਵਾਰ ਇਸ ਗੱਲ ਤੇ ਉਂਗਲ ਧਰੀ ਕਿ ਜੀ ਤੁਸੀਂ ਸਰਵੇਖਣ ਕਰਾਉਣ ਨੂੰ ਫਿਰਦੇ ਹੋ, ਨਹਿਰ ਦਾ ਹੈ ਕਿ ਉਹਦੇ ਨਾਲ ਪਾਣੀ ਦਾ ਕਰਾ ਲਓ ਜੀ, ਸਾਡੇ ਕੋਲ ਪਾਣੀ ਕਿੱਥੇ ਹੈ, ਪਾਣੀ ਕਿੰਨਾ ਹੈ। ਸੋ ਇਹ ਗੱਲ ਕੀਤੀ, ਪਰ ਤਾਂ ਵੀ ਗਜੇਂਦਰ ਸ਼ੇਖਾਵਤ ਨੇ ਉਸ ਗੱਲ ਤੇ ਆਉਣ ਤੋਂ ਗਰੇਜ ਕੀਤਾ। ਇਹ ਇੱਕ ਮਤਲਬ ਇੱਕ ਵੱਖਰਾ ਸੰਕੇਤ ਮਿਲਦਾ ਇਸ ਗੱਲ ਦਾ। ਦੂਸਰੇ ਪਾਸੇ ਭਗਵੰਤ ਮਾਨ ਹੋਰਾਂ ਨੇ ਸਿੰਧ ਨਦੀ ਜਲ ਸੰਧੀ ਦੀ ਸਮੀਖਿਆ ਕਰਨ ਲਈ ਵੀ ਗੱਲ ਕੀਤੀ। ਠੀਕ ਹੈ ਜੀ। ਉਹ ਕਹਿੰਦੇ ਜਿਹੜੀ ਸਿੰਧ ਨਦੀ ਵਾਲੀ ਜਲ ਸਮੀਖਿਆ, ਉਹਦੇ ਜਲ ਸੰਧੀ ਹੈ, ਉਹਦੇ ਪਰ ਵੀ ਸਮੀਖਿਆ ਹੋਣ ਦੀ ਲੋੜ ਹੈ। ਫਿਰ ਉਹਨਾਂ ਨੇ ਮਤਲਬ ਖੱਟਰ ਨੇ ਇਸ ਵਾਰ ਪਹਿਲੀ ਵਾਰ ਹੋਇਆ ਪ੍ਰਵੀਨ ਜੀ ਕਿ ਉਹਨਾਂ ਨੇ ਹਰਿਆਣੇ ਦਾ ਪੱਖ ਪੂਰਿਆ ਜੀ। ਅੱਛਾ। ਮਨੋਹਰ ਲਾਲ ਖੱਟਰ ਨੇ ਇਸ ਬੈਠਕ 'ਚ ਹਰਿਆਣੇ ਦੇ ਨਾਲ ਰਾਜਸਥਾਨ ਦਾ ਲਈ ਵੀ ਪਾਣੀ ਮੰਗਿਆ, ਪਹਿਲੀ ਵਾਰ ਹੋਇਆ ਕਿ ਮਨੋਹਰ ਲਾਲ ਖੱਟਰ ਰਾਜਸਥਾਨ ਦਾ ਪੱਖ ਪੂਰਦੇ ਵੀ ਨਜ਼ਰ ਆਏ। ਸੋ ਕੁੱਲ ਮਿਲਾ ਕੇ ਜੀ ਗੱਲ ਹੁਣ 9 ਤਰੀਕ ਦੀ ਸੁਣਵਾਈ ਤੇ ਖੜੀ ਹੈ। ਔਰ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇਸ ਬੈਠਕ ਦੇ ਵਿੱਚ ਗਜੇਂਦਰ ਸ਼ੇਖਾਵਤ ਸਿਰਫ ਇੱਕ ਰਸਮੀ ਤੌਰ ਤੇ ਉਹਨਾਂ ਨੂੰ ਪਤਾ ਹੈ ਕਿ ਜੋ ਹਾਸਲ ਕੁਝ ਨਹੀਂ ਮੈਂ ਕਰਕੇ ਜਾ ਸਕਦਾ। ਪੰਜਾਬ ਨਾ ਤਾਂ ਪਾਣੀ ਦੇਣ ਲਈ ਤਿਆਰ ਹੋਏਗਾ, ਨਾ ਪੰਜਾਬ ਕੋਲ ਦੇਣ ਲਈ ਪਾਣੀ ਹੈ। ਇਸ ਲਈ ਪਰ ਉਹਨਾਂ ਦਾ ਆਉਣਾ ਇਸ ਲਈ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਤੇ ਕੇਂਦਰ ਤੋਂ ਰਿਪੋਰਟ ਮੰਗੀ ਹੈ, ਤੁਸੀਂ ਆਪਣੀ ਰਿਪੋਰਟ ਦਿਓ। ਸੋ ਹੁਣ 3 ਬੈਠਕਾਂ ਦੇ ਹਵਾਲੇ ਨਾਲ ਹੁਣ ਇਹ ਆਪਣੀ ਰਿਪੋਰਟ ਤਿਆਰ ਕਰਕੇ ਜਮ੍ਹਾਂ ਕਰਾਉਣਗੇ। ਪਰ ਜਿੱਥੋਂ ਤੱਕ ਪਹਿਲੂ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜੀ ਪ੍ਰੋਜੈਕਟ ਨੂੰ ਜਮਨਾ ਸਤਲੁਜ ਲਿੰਕ ਵਜੋਂ ਵਿਚਾਰਿਆ ਜਾਵੇ, ਨਾ ਕਿ ਸਤਲੁਜ ਜਮਨਾ ਲਿੰਕ ਵਜੋਂ। ਸੋ ਜਿਹੜੀ ਉਹ SYL ਨੂੰ YSL ਪਹਿਲਾਂ ਕਹਿ ਰਹੇ ਸੀ, ਉਸੇ ਹਵਾਲੇ ਨਾਲ ਉਹਨੇ ਦੁਬਾਰਾ ਵੀ ਉੱਥੇ ਗੱਲ ਦੁਹਰਾਈ ਕਿ ਇਸ ਨੂੰ ਇਸ ਤਰ੍ਹਾਂ ਵਿਚਾਰੋ ਕਿ ਹੁਣ ਜਮਨਾ ਦਾ ਪਾਣੀ ਸਾਨੂੰ ਦਿਓ, ਸਾਡੇ ਕੋਲ ਸਤਲੁਜ ਦਾ ਸਾਡਾ ਹੁਣ ਦਰਿਆ ਥੋੜਾ ਰਹਿ ਗਿਆ, ਉਹਦਾ ਨਾਲਾ ਬਣ ਗਿਆ ਕਹਿੰਦੇ। ਤੇ ਇੱਧਰ ਮਨੋਹਰ ਲਾਲ ਖੱਟਰ ਕਹਿੰਦੇ ਜੀ ਆਪ ਵਾਂਗ ਅਸੀਂ ਪਾਣੀਆਂ ਦੀ ਰਾਜਨੀਤੀ ਕਰਦੇ, ਆਮ ਆਦਮੀ ਪਾਰਟੀ ਤਾਂ ਪਾਣੀਆਂ ਦੀ ਰਾਜਨੀਤੀ ਕਰ ਰਹੀ ਆ, ਅਸੀਂ ਪਾਣੀ ਦੀ ਰਾਜਨੀਤੀ ਨਹੀਂ ਕਰਦੇ। ਸੋ ਕੁੱਲ ਮਿਲਾ ਕੇ ਇਸ ਮਾਮਲੇ 'ਚ ਸਪਸ਼ਟ ਸੀ ਪੰਜਾਬ ਦਾ ਪਹਿਲੂ ਕਿ ਨਾ ਪਾਣੀ ਹੈ, ਨਾ ਪਾਣੀ ਦੇ ਸਕਦੇ ਆ, ਨਾ ਦੇਵਾਂਗੇ। ਹਰਿਆਣੇ ਨੇ ਇੱਕ ਤਰਕ ਰੱਖਿਆ, ਕਹਿੰਦੇ ਜੀ ਇੰਨੇ ਸਾਲ ਪੁਰਾਣੀ ਹੋ ਗਈ ਨਹਿਰ ਹੈ ਨਾ, ਕਿ ਤੁਸੀਂ ਇਸ ਲਈ ਜੀ ਮਤਲਬ ਕੱਲ ਨੂੰ ਟੁੱਟ ਜਵੇ ਭਾਖੜਾ ਲਿੰਕ ਨਹਿਰ। ਸੋ ਇਸ ਲਈ ਕਹਿੰਦੇ ਜੀ ਇਹਦੇ ਹਵਾਲੇ ਨਾਲ ਕਿ ਤੁਸੀਂ ਇਹਨੂੰ ਦੁਬਾਰਾ ਨਵੇਂ ਸਿਰਿਓਂ ਬਣਾਉਣ ਦਾ ਹਵਾਲੇ ਦੀ ਬਜਾਏ ਤੁਸੀਂ ਇਹ ਕਰੋ ਕਿ SYL ਚਾਲੂ ਕਰ ਲਓ ਜੀ। ਠੀਕ ਹੈ। ਕੱਲ ਨੂੰ ਥੋੜੀ ਨਹਿਰ ਦੀ ਜੇ ਟੁੱਟ ਭੱਜ ਹੋ ਜਾਵੇ ਕੁਛ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਰਾਜਸਥਾਨ ਨੇ ਵੀ ਤਾਂ ਰਿਪੇਅਰ ਕਰਾਈ ਸੀ, ਤੁਸੀਂ ਵੀ ਕਰਾ ਲਿਓ। ਤੇ ਕਹਿੰਦੇ ਜੀ ਇੰਨੇ ਸਾਲਾਂ ਦੀ ਟੁੱਟੀ, ਹੁਣ ਟੁੱਟਣ ਦਾ ਡਰ ਕਿੱਥੋਂ ਆ ਗਿਆ? ਸੁੱਕੀ ਵੀ ਟੁੱਟ ਜੂਗੀ। ਫਿਰ ਜਿੱਥੇ ਇਹ ਗੱਲ ਆਈ ਉੱਥੇ ਨਹੀਂ, ਜਿਹੜੀ ਭਾਖੜਾ ਲਿੰਕ ਨਹਿਰ ਪਹਿਲਾਂ ਮਤਲਬ ਚੱਲ ਰਿਹਾ ਪਾਣੀ ਜਿਹਦੇ ਨਾਲ ਜਾਂਦੀ ਹੈ, ਠੀਕ ਹੈ ਜੀ ਜੀ, ਉਹਦੇ ਵਾਲੇ ਨਾਲ ਕਿ ਜੀ ਉਹ ਟੁੱਟ ਜਾਵੇ ਤਾਂ ਬਦਲਵਾਂ ਹੱਲ ਹੋਵੇ ਜੀ, ਇਸ ਲਈ ਕਹਿੰਦੇ SYL ਬਣਾ ਕੇ ਰੱਖੋ ਜੀ। ਤੇ ਉਹ ਕਹਿੰਦੇ ਕੋਈ ਨਾ, ਰਾਜਸਥਾਨ ਨੂੰ ਜਿਹੜਾ ਕੋਟੇ 'ਚ ਜਾਂਦਾ ਪਾਣੀ, ਉਸ ਕੋਟੇ ਦੇ ਵਿੱਚ ਉਹਨਾਂ ਨੇ ਤਾਂ ਰਿਪੇਅਰ ਕਰਾਈ ਸੀ ਪਾਣੀ ਰੋਕ ਕੇ, ਤੁਸੀਂ ਕਰਾ ਲਿਓ। ਚਲੋ ਫਿਰ ਗੱਲ ਆਈ ਜਦੋਂ ਪਾਣੀਆਂ ਦੀ ਸਮੀਖਿਆ ਦੀ, ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਕੋਲ 52 FM ਹੈਗਾ, ਜਿਹਦੇ ਵਿੱਚੋਂ 73% ਪਹਿਲਾਂ ਹੀ ਜ਼ਮੀਨੀ ਹੇਠਲਾ ਪਾਣੀ ਸਾਡਾ ਥੱਲੇ ਜਾ ਚੁੱਕਿਆ ਜੀ ਜੀ। ਸੋ ਸਾਡੇ ਪਾਣੀਆਂ ਦੀ ਜਿਹੜੀ ਤੁਹਾਡੀ ਮੰਗ ਹੈ ਉਹ ਇਸ ਲਈ ਪੂਰਤੀ ਨਹੀਂ ਹੈ ਕਿ ਸਾਡੇ ਕੋਲ ਆਪਣਾ ਨਹਿਰੀ ਪਾਣੀ ਵੀ ਪੂਰਾ ਨਹੀਂ ਹੋ ਪਾ ਰਿਹਾ, ਧਰਤੀ ਹੇਠਲਾ ਪਾਣੀ ਸਾਡਾ ਥੱਲੇ ਆ। ਹਰਿਆਣੇ ਦੇ ਮੁਕਾਬਲੇ ਸਾਡਾ ਧਰਤੀ ਹੇਠਲਾ ਪਾਣੀ ਵੱਧ ਥੱਲੇ ਗਿਆ ਜੀ। ਸਾਡੇ ਕਹਿੰਦੇ 73% ਮਤਲਬ ਜ਼ਮੀਨੀ ਪਾਣੀ ਹੈ ਜਿਹੜਾ ਪੱਧਰ 76% ਤੋਂ ਵੱਧ ਥੱਲੇ ਚਲਾ ਗਿਆ, ਜਦੋਂ ਕਿ ਹਰਿਆਣੇ 'ਚ ਸਿਰਫ 61% ਦੇ ਕਰੀਬ ਬਲਾਕ ਡਾਰਕ ਜ਼ੋਨ 'ਚ ਆਏ, ਸਾਡੇ ਤਾਂ 70% 80% ਦੇ ਗੇਟ 'ਚ ਆ ਗਏ। ਸੋ ਇਸ ਗੱਲ ਨੂੰ ਗਜੇਂਦਰ ਸ਼ੇਖਾਵਤ ਨੇ ਵੀ ਕਹਿੰਦੇ ਬੈਠਕ 'ਚ ਮੰਨਿਆ ਕਿ ਬਿਲਕੁਲ ਪੰਜਾਬ ਦੇ ਵਿੱਚ ਡਾਰਕ ਜ਼ੋਨ 'ਚ ਜਾ ਰਹੇ ਨੇ ਬਲਾਕ, ਉਹਨਾਂ ਦੇ ਧਰਤੀ ਹੇਠਲਾ ਪਾਣੀ ਉਹਨਾਂ ਦੀ ਬਹੁਤ ਮਾੜੀ ਸਥਿਤੀ 'ਚ ਹੈ। ਤੇ ਇਸ ਲਈ ਮੁੱਖ ਮੰਤਰੀ ਕਹਿੰਦੇ ਕਿ ਸਾਨੂੰ ਨਹਿਰੀ ਪਾਣੀ ਦੀ ਵੱਧ ਲੋੜ ਹੈ ਕਿ ਤੁਹਾਨੂੰ ਪਾਣੀ ਦੀ ਵੱਧ ਲੋੜ ਹੈ। ਫਿਰ ਉਹ ਕਹਿੰਦੇ ਕਿ ਇਹਦੀ ਸਮੀਖਿਆ, ਫਿਰ ਜਿਸ ਗੱਲ ਦੀ ਆਪਾਂ ਜ਼ੋਰ ਦਿੰਦੇ ਹਾਂ ਉਹ ਕਹਿੰਦੇ ਕਿ ਮਾਲਕੀ ਵਾਲੇ ਪਹਿਲੂ ਤੋਂ, ਕਿ ਪਾਣੀ ਦੀ ਮਾਲਕੀ ਤੈਅ ਕਰੋ ਤੇ ਪਾਣੀ ਦੀ ਉਪਲਬਧਤਾ ਤੈਅ ਕਰੋ, ਮੌਜੂਦਾ ਸਥਿਤੀ ਕੀ ਹੈ ਪਾਣੀ ਦੀ ਉਹ ਤੈਅ ਕਰੋ।
ਇਸ ਨੂੰ ਲੈ ਕੇ ਖਾਸੀ ਲੰਮੀ ਚੌੜੀ ਚਰਚਾ ਵੀ ਹੋਈ, ਜਿਹਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਇੱਕ ਤਾਂ ਜਿਹੜੀ ਭਾਰੀ ਕਮੀ ਆ ਸਾਡੇ ਕੋਲ ਹੁਣ ਪਾਣੀ ਦੀ, ਉਸ ਦੀ ਦੁਬਾਰਾ ਮੁਲਾਂਕਣ ਹੋਣਾ ਚਾਹੀਦਾ ਕਿ ਜਿੰਨਾ ਤੈਅ ਸੀਗਾ ਉਸ ਸਥਿਤੀ ਦੇ ਬਾਵਜੂਦ ਵੀ ਕੀ ਸਾਡੇ ਕੋਲ ਉਹ ਕੋਟਾ ਬਚ ਰਿਹਾ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀ। ਤੁਸੀਂ ਉਸ ਬਚੇ ਹੋਏ ਜਿਹੜਾ ਸਾਡਾ ਘਟ ਗਿਆ ਉਹਦੇ ਵਿੱਚੋਂ ਵੀ ਹੋਰ ਪਾਣੀ ਮੰਗਦੇ ਹੋ, ਜਦੋਂ ਕਿ ਤੁਹਾਡੇ ਨਾਲ ਤੈਅ ਸਮਝੌਤੇ ਦਾ ਜਿਹੜਾ ਜਾ ਰਿਹਾ ਉਹ ਤਾਂ ਜਾ ਹੀ ਰਿਹਾ। ਫਿਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਨਵੇਂ ਟ੍ਰਿਬਿਊਨਲ ਦਾ ਗਠਨ ਕੀਤਾ ਜਾਵੇ ਜਿਹੜਾ ਐਸਵਾਈਐਲ ਦੇ ਸਰਵੇ ਦੀ ਲੋੜ ਹੀ ਨਹੀਂ ਹੈਗੀ। ਉਹ ਕਹਿੰਦੇ ਪਹਿਲਾਂ ਪਾਣੀਆਂ ਦੀ ਸਮੀਖਿਆ ਦੇ ਲਈ ਇੱਕ ਨਵਾਂ ਟ੍ਰਿਬਿਊਨਲ ਬਣਾਇਆ ਜਾਵੇ, ਐਸਵਾਈਐਲ ਤਾਂ ਲੋੜ ਹੀ ਨਹੀਂ ਰਹਿਣੀ ਫਿਰ ਤੁਹਾਡੀ, ਇਸ ਮਸਲਾ ਹੀ ਖਤਮ ਹੋ ਜਾਣਾ। ਉਹਨਾਂ ਕਿਹਾ ਕਿ ਰਾਵੀ ਬਿਆਸ ਦਰਿਆ ਦੀ ਸਰਪਲਸ ਪਾਣੀਆਂ ਦੀ ਉਪਲਬਧਤਾ 17.17 FM ਤੋਂ ਘਟ ਕੇ 12.93 ਰਹੇਗੀ। ਜਿਹੜਾ ਰਾਵੀ ਬਿਆਸ ਵਾਲਾ ਪਾਣੀ ਹੈ ਸਾਡੇ ਕੋਲ ਕਹਿੰਦੇ ਕਿਸੇ ਸਮੇਂ 17.17 FM ਉਪਲਬਧਤਾ ਸੀ ਪੰਜਾਬ ਕੋਲ, ਹੁਣ ਉਹ 13 ਤੋਂ ਵੀ ਘੱਟ ਆ ਗਈ, 12.93 FM ਤੇ ਰਹਿ ਗਈ। ਸੋ ਇਸ ਲਈ ਸਾਡੇ ਕੋਲ ਤਾਂ ਉਹ ਵੀ ਪਾਣੀ ਘੱਟ ਹੈ। ਤੇ ਇਹ ਸਾਰੇ ਪੱਖ ਰੱਖਦਿਆਂ ਉਹਨਾਂ ਨੇ ਡਾਰਕ ਜ਼ੋਨ ਵਾਲਾ ਪੱਖ ਰੱਖਦੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਸਥਿਤੀ ਚ ਆ ਕਿ ਅਸੀਂ ਹੁਣ ਤੁਹਾਨੂੰ ਪਾਣੀ ਦੇਣ ਵਾਲੀ ਸਥਿਤੀ ਚ ਨਹੀਂ ਹੈਗੇ। ਸਮੱਸਿਆ ਦੀ ਜੜ ਅਸਲ ਦੇ ਵਿੱਚ ਜਿਹੜਾ ਮਤਲਬ ਕਿ 1981 ਤੋਂ ਸਮਝੌਤਾ ਹੁੰਦਾ ਹੈ, ਉਸ ਤੋਂ ਬਾਅਦ ਅਸਾਰੀ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਫਿਰ ਆ ਕੇ ਰੁਕ ਜਾਂਦਾ ਹੈ, ਮਤਲਬ 1990 ਚ ਆ ਕੇ ਬੰਦ ਹੋ ਜਾਂਦਾ ਹੈ ਇਹ ਕੰਮ, ਤੇ ਉਸ ਤੋਂ ਬਾਅਦ ਫਿਰ ਰੇੜਕਾ ਅਦਾਲਤਾਂ ਰਾਹੀਂ ਸ਼ੁਰੂ ਹੁੰਦਾ ਤੇ ਅਦਾਲਤ 1 ਸਾਲ 2 ਸਾਲਾਂ ਚ ਨਹਿਰ ਪੂਰੀ ਕਰਨ ਦੀ ਹਦਾਇਤ ਦਿੰਦੀ ਹੈ ਕਿ ਹਾਂ ਜੀ ਇਹਨੂੰ ਮੁਕੰਮਲ ਕਰੋ, ਸਾਰੀ 1 ਸਾਲ ਚ ਪੂਰੀ ਕਰਕੇ ਦਿਓ। ਉਸ ਤੋਂ ਬਾਅਦ ਇਹ ਸਥਿਤੀਆਂ ਬਣਦੀਆਂ ਇੱਥੇ ਤੱਕ ਆ ਜਾਂਦੀਆਂ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਕਹਿੰਦੀ ਪਾਣੀਆਂ ਦਾ ਸਮਝੌਤਾ ਰੱਦ, ਬਾਦਲ ਕਹਿੰਦੇ ਜ਼ਮੀਨਾਂ ਵਾਪਸ, ਹੈਨਾ, ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮਤਲਬ ਨਹੀਂ ਗਾ ਕਿ ਅਸੀਂ ਆਪਣੇ ਸਟੈਂਡ ਤੇ ਕਾਇਮ ਆ, ਪਾਣੀ ਨਹੀਂ ਦੇਣਾ। ਸੋ ਇਹ ਸਥਿਤੀ ਦੇ ਵਿੱਚ ਜਿਹੜੀ 214 ਕਿਲੋਮੀਟਰ ਐਸਵਾਈ ਵਾਲੀ ਨਹਿਰ ਹੈ ਟੋਟਲ, ਉਹਦੇ ਵਿੱਚੋਂ 122 ਕਿਲੋਮੀਟਰ ਸਾਡੇ ਵਾਲੇ ਪਾਸੇ ਆ ਤੇ 92 ਕਿਲੋਮੀਟਰ ਹਰਿਆਣਾ ਵਾਲੇ ਪਾਸੇ ਆ। ਹਰਿਆਣਾ ਆਪਣੀ ਬਣਾ ਕੇ ਬੈਠਾ ਤੇ ਉਹ ਇਸੇ ਗੱਲ ਤੇ ਜ਼ੋਰ ਦੇਈ ਜਾਂਦਾ ਕਿ ਤੁਸੀਂ ਨਹਿਰ ਬਣਾ ਲਓ ਜੀ, ਪਾਣੀਆਂ ਦੀ ਗੱਲ ਫੇਰ ਕਰ ਲਾਂਗੇ। ਸੋ ਇਸ ਤੇ ਪੰਜਾਬ ਨੇ ਆਪਣਾ ਪੱਖ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਸਾਡੇ ਕੋਲ ਨਾ ਪਾਣੀ ਹੈ ਨਾ ਅਸੀਂ ਦੇ ਸਕਦੇ। ਹਾਂ, ਇੱਕ ਸਾਂਝੀ ਕਮੇਟੀ ਦੀ ਗੱਲ ਜ਼ਰੂਰ ਚੱਲੀ ਆ ਪ੍ਰਵੀਨ ਜੀ, ਪਾਣੀਆਂ ਦੀ ਵਰਤੋਂ ਲਈ ਸਾਂਝੀ ਕਮੇਟੀ ਬਣਾਵੇ, ਜਿਹੜੀ ਪਾਣੀ ਦੀ ਵਰਤੋਂ ਚੱਲ ਰਹੀ ਹੈ, ਕੀਤੀ ਜਾ ਰਹੀ ਆ ਜਾਂ ਪਾਣੀ ਦੀ ਵਰਤੋਂ ਨੂੰ ਲੈ ਕੇ ਕੀ ਸਥਿਤੀ ਆ, ਉਹਦੇ ਲਈ ਇੱਕ ਸਾਂਝੀ ਕਮੇਟੀ। ਬੇਸ਼ੱਕ ਪਹਿਲਾਂ ਵੀ ਮਤਲਬ ਕਿ 77 ਪੱਧਰ ਦੀ ਇੱਕ ਕਮੇਟੀ ਕੰਮ ਕਰ ਰਹੀ ਆ ਆਲਰੇਡੀ, ਮਤਲਬ ਉਹ ਕਿੰਨੀ ਕੁ ਕੰਮ ਕਰਦੀ ਆ ਆਪਾਂ ਨੂੰ ਪਤਾ ਹੀ ਹੈ, ਬਸ ਕਮੇਟੀ ਬਣੀ ਆ 2 ਸੂਬਿਆਂ ਚ 77 ਪੱਧਰ ਦੀ, ਤੇ ਹੁਣ ਉਹਨੂੰ ਵਿਸਤਾਰ ਦੇਣ ਲਈ ਅੱਗੇ ਹੇਠਲੇ ਹੋਰ ਅਧਿਕਾਰੀਆਂ ਦੀ ਟੀਮਾਂ ਬਣਾਈਆਂ ਜਾਣੀਆਂ ਜਿਹੜੀਆਂ ਮੌਜੂਦਾ ਪਾਣੀ ਦੀ ਸਥਿਤੀ ਉੱਤੇ ਗੱਲ ਕਰਨਗੀਆਂ। ਫਿਲਹਾਲ ਸਭ ਦੀ ਨਜ਼ਰ ਹੁਣ ਕੇਂਦਰ ਦੀ ਰਿਪੋਰਟ ਤੇ ਆ, ਠੀਕ ਹੈ ਜੀ, ਕਿ ਕੇਂਦਰ ਕੀ ਰਿਪੋਰਟ ਤਿਆਰ ਕਰਕੇ ਅਦਾਲਤ 'ਚ ਹੋ ਸਕਦਾ ਹੈ 4 ਜਾਂ 5 ਜਨਵਰੀ ਤੱਕ ਕੇਂਦਰ ਆਪਣੀ ਰਿਪੋਰਟ ਦਾਖਲ ਕਰ ਦੇਵੇ ਤੇ 9 ਤਰੀਕ ਨੂੰ ਸੁਣਵਾਈ ਹੈ। 9 ਤਰੀਕ ਦੀ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਹਦਾਇਤ ਹੈ ਕਿ ਆਪਣੀ ਰਿਪੋਰਟ ਜਮ੍ਹਾਂ ਕਰਾਓ। ਸੋ ਇਸ ਲਈ 3 ਬੈਠਕਾਂ ਮਤਲਬ ਕੇਂਦਰ ਦੇ ਹਵਾਲੇ ਨਾਲ, ਭਾਜਪਾ ਦੇ ਹਵਾਲੇ ਨਾਲ, ਹਰਿਆਣਾ ਰਾਜਸਥਾਨ ਦੇ ਹਵਾਲੇ ਨਾਲ ਬੇਸਿੱਟਾ ਨੇ, ਪਰ ਸਾਡੇ ਵਾਲੇ ਹਵਾਲੇ ਨਾਲ ਇਹ ਸਾਡੇ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਦੀ ਇੱਕ ਹੋਰ ਮੀਟਿੰਗ ਸੀ ਜਿਹੜੀ ਅਸੀਂ ਉਹਨਾਂ ਦੀ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ। ਸ਼ਰਮਾ ਜੀ, ਜਦੋਂ ਵੀ ਐਸਵਾਈਐਲ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਖਬਰ ਆਈ ਹੈ, ਤੁਸੀਂ ਇਤਿਹਾਸਕ ਹਵਾਲਿਆਂ ਦੇ ਨਾਲ, ਰਾਜਸੀ ਹਵਾਲਿਆਂ ਦੇ ਨਾਲ ਸਾਨੂੰ ਬੜੀ ਹਰ ਵਾਰ ਬੜੀ ਆਲਾ ਦਰਜੇ ਦੀ ਜਾਣਕਾਰੀ ਦਿੱਤੀ। ਔਰ ਜਿਵੇਂ ਤੁਸੀਂ ਨਾ ਜ਼ਿਕਰ ਕਰ ਰਹੇ ਸੀਗੇ ਤੇ ਮੇਰੇ ਉਹ ਇੱਕ ਰਿਪੋਰਟ ਮੈਂ ਪੜ੍ਹੀ ਸੀ ਤੇ ਮੇਰੇ ਉਹ ਸਾਰਾ ਨਕਸ਼ਾ ਹੀ ਉਵੇਂ ਘੁੰਮ ਰਿਹਾ ਸੀ ਜਦੋਂ ਤੁਸੀਂ ਸਤਲੁਜ ਰਾਵੀ ਦਾ ਜ਼ਿਕਰ ਕਰ ਰਹੇ ਸੀਗੇ ਨਾ। ਤੁਹਾਡੇ ਯਾਦ ਹੋਣਾ ਇੱਕ ਵਾਰੀ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਦੋਂ ਕਿਹਾ ਸੀ ਨਾ ਵੀ ਕਈ ਰਾਜ ਆ ਜਿਹੜੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਣਾ ਚਾਹੁੰਦੇ, ਜਦੋਂ ਸ਼ਾਇਦ ਦੂਜੀ ਬੈਠਕ ਸੀਗੀ ਉਹ ਉਦੋਂ ਹੋਈ ਸੀ ਜਦੋਂ ਮਾਨ ਸਾਹਿਬ ਬਾਹਰ ਆ ਕੇ। ਪਰ ਇੱਕ ਜਿਹੜੀ ਤੱਤਸਾਰ ਆ ਉਹ ਸਾਰੀ ਕਹਾਣੀ ਦਾ ਉਹ ਇਹੀ ਹੈ ਸ਼ਰਮਾ ਜੀ, ਜਿਵੇਂ ਆਪਾਂ ਹਰ ਵਾਰੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਅਸੀਂ ਵਾਧੂ ਪਾਣੀ ਨਹੀਂ ਦਿਆਂਗੇ, ਪਰ ਕੁਝ ਚੀਜ਼ਾਂ ਸ਼ਬਦਿਕ ਰੂਪ ਦੇ ਵਿੱਚ, ਸਟੇਟਮੈਂਟ ਦੇ ਰੂਪ ਦੇ ਵਿੱਚ ਕਹਿਣ ਦੇ ਨਾਲ ਤੁਹਾਨੂੰ ਕੋਰਟਾਂ ਦੇ ਵਿੱਚ ਪ੍ਰੂਵ ਕਰਨੀਆਂ ਵੀ ਚਾਹੀਦੀਆਂ ਨੇ, ਕਿਉਂਕਿ ਝਗੜੇ ਕਿੰਨਾ ਕੁ ਚਿਰ ਸ਼ਰਮਾ ਜੀ, ਜਿਵੇਂ ਤੀਜੀ ਬੈਠਕ ਤੁਸੀਂ ਖੁਦ ਦੱਸਿਆ ਕਿ ਬੇਸਿੱਟਾ ਰਹੀ ਹੈ, ਔਰ 2002 ਤੋਂ ਸ਼ਾਇਦ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭਾਈ ਆਪਦਾ ਮੁਕਾ ਲਓ, ਵੇਖ ਲਓ ਆਪਦਾ। ਹਾਂ ਜੀ, ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਤੁਸੀਂ ਆਪ ਹਾਂਜੀ ਜੇ ਨਿਬੜਦਾ ਨਿਬੇੜੋ। ਸੋ 20 ਸਾਲਾਂ ਚ ਤਾਂ ਨਿਬੜਿਆ ਨਹੀਂ ਹਲੇ ਤੱਕ, ਪਰ ਪਾਣੀ ਚ ਮਧਾਣੀ ਜਿਵੇਂ ਕੱਲ ਤੁਸੀਂ ਕਿਹਾ ਸੀ ਨਾ ਪਰਸੋਂ ਕਿ ਕਾਂਗਰਸੀ ਗਏ ਤਾਂ ਮੀਟਿੰਗ ਕਰਨ ਸੀ, ਪਰ ਦਹੀਂ ਦੀ ਥਾਂ ਤੇ ਪਾਣੀ ਰੜ ਕੇ ਆ ਗਏ। ਉਹ ਇਹੀ ਸਿਸਟਮ ਇੱਥੇ ਆ, ਪਾਣੀ ਚ ਮਧਾਣੀ ਹੈ। ਪਰ ਦੇਖੋ ਗੁਜਰਾਤ ਦਾ ਮੰਤਰੀ ਬਹਿੰਦਾ, ਉਹ ਰਾਜਸਥਾਨ ਵਾਲਾ ਮੰਤਰੀ ਸ਼ਿਖਾਵਤ ਬਹਿੰਦਾ ਤੇ ਉਹ ਹਰਿਆਣੇ ਦੀ ਪੈਰਵਾਈ ਕਰ ਦਿੰਦਾ, ਹਰਿਆਣੇ ਵਾਲੇ ਬਹਿੰਦੇ ਤੇ ਉਹ ਰਾਜਸਥਾਨ ਦੀ ਪੈਰਵਾਈ ਕਰੀ ਜਾਂਦੇ। ਸੋ ਉਹ ਗੱਲ ਇੱਥੇ ਪੂਰੀ ਢੁਕਦੀ ਸ਼ਰਮਾ ਜੀ, ਆਈ ਸਕ੍ਰੈਚ ਯੂਅਰ ਬੈਕ, ਯੂ ਸਕ੍ਰੈਚ ਮਾਈ ਬੈਕ।
ਹਾਂ, ਇੱਕ ਦੂਜੇ ਦੀ ਪਿੱਠ ਗੁਰਕੀ ਜਾਂਦੇ ਆ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਕਹਿੰਦੇ ਹਰਿਆਣੇ ਦਾ ਸ਼ੋਰਾ ਪੰਜਾਬ ਵੱਲੋਂ ਤੇ ਪੰਜਾਬ ਦਾ ਮੁੰਡਾ ਹਰਿਆਣੇ ਵੱਲੋਂ ਕਰ ਰਿਹਾ ਸੀ ਕਿਸੇ ਕੇਸ ਦੇ ਵਿੱਚ ਪੈਰਵਾਈ ਜੀ। ਇਸੇ ਬੈਠਕ ਦੀ ਦੌਰਾਨ ਦੀ ਗੱਲ ਹੈ ਪ੍ਰਵੀਨ ਜੀ। ਅੱਛਾ, ਠੀਕ ਹੈ, ਠੀਕ ਹੈ। SYL ਦੀ ਇਸੇ ਬੈਠਕ ਦੇ ਵਿੱਚ ਪੰਜਾਬ ਦਾ ਮੁੰਡਾ ਹਰਿਆਣੇ ਵੱਲੋਂ, ਹਰਿਆਣੇ ਦਾ ਮੁੰਡਾ ਪੰਜਾਬ ਵੱਲੋਂ ਬੋਲ ਰਿਹਾ ਸੀਗਾ। ਮਤਲਬ ਇਹ ਨੌਕਰੀ, ਇਹ ਬਾਬੂਪਣਾ ਕੀ ਕੁਛ ਕਰਾ ਦਿੰਦਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਆਪਦੇ ਸੂਬਿਆਂ ਦੇ ਵਿਰੁੱਧ ਬੋਲਣਾ ਪੈਂਦਾ। ਜਦੋਂ ਹਰਿਆਣੇ ਦਾ ਅਧਿਕਾਰੀ ਬੋਲ ਰਿਹਾ ਹੋਣਾ, ਅੰਦਰੋਂ ਚਾਹੁੰਦਾ ਹੋਣਾ ਹਰਿਆਣੇ ਨੂੰ ਪਾਣੀ ਦੇ ਦਿਓ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਪਰ ਉਹ ਨੌਕਰੀ ਪੰਜਾਬ 'ਚ ਕਰ ਰਿਹਾ, ਪੰਜਾਬ ਦੇ ਮੁੱਖ ਮੰਤਰੀ ਨਾਲ ਲੱਗਿਆ, ਇਸ ਲਈ ਉਹ ਪੰਜਾਬ ਦੇ ਪੱਖ ਦੀਆਂ ਦਲੀਲਾਂ ਪੇਸ਼ ਕਰ ਰਿਹਾ। ਹਾਂਜੀ, ਹਾਂਜੀ। ਉਧਰ ਪੰਜਾਬ ਦਾ ਅੰਮ੍ਰਿਤਸਰ ਦਾ ਮੁੰਡਾ ਹਰਿਆਣੇ 'ਚ ਤੈਨਾਤ ਹੈ, ਉਹਦੇ ਅੰਦਰ ਉਹ ਲੱਗ ਰਿਹਾ ਹੋਣਾ ਕਿ ਉਹੀ ਮੰਗੀ ਜਾਂਦੇ ਨੇ ਪਾਣੀ ਸਾਤੋਂ, ਅਸੀਂ ਕਿਉਂ ਪਾਣੀ ਦਈਏ ਤੁਹਾਨੂੰ। ਪਰ ਉਹਨੂੰ ਜੀਭ ਤੇ ਲਿਆ ਕੇ ਬੋਲਣਾ ਪੈ ਰਿਹਾ ਸੀ, ਨਹੀਂ ਜੀ ਹਰਿਆਣੇ ਦਾ ਹੱਕ ਬਣਦਾ, ਹਰਿਆਣੇ ਨੂੰ ਪਾਣੀ ਮਿਲੇ। ਮਤਲਬ ਕਿਹੋ ਜਿਹੀ ਸਥਿਤੀ ਆ ਜਾਂਦੀ ਹੈ। ਬਿਲਕੁਲ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਕੇਂਦਰੀ ਮੰਤਰੀ ਨਾ ਹੋ ਕੇ ਉੱਥੇ ਹਰਿਆਣੇ ਦੇ ਨੁਮਾਇੰਦਗੀ ਵਾਲੇ ਪਾਸਿਓਂ ਪੱਖ ਪੂਰਦਾ ਨਜ਼ਰ ਆ ਸੀ, ਕਿਉਂਕਿ ਉਹ ਰਾਜਸਥਾਨ ਦਾ ਪੱਖ ਪੂਰਦਾ ਨਜ਼ਰ ਆ ਰਿਹਾ ਸੀ ਨਾ। ਗਜੇਂਦਰ ਸ਼ੇਖਾਵਤ ਕਹਿਣ ਨੂੰ ਕੇਂਦਰੀ ਮੰਤਰੀ ਆ, ਪਰ ਉਹ ਰਾਜਸਥਾਨ ਨਾਲ ਸੰਬੰਧ ਰੱਖਦਾ, ਇਸ ਲਈ ਉਹ ਹਰਿਆਣੇ ਦੇ ਪੱਖ 'ਚ ਭੁਗਤਦਾ ਨਜ਼ਰ ਆ ਰਿਹਾ ਸੀ, ਤੇ ਕੱਲ ਹਰਿਆਣੇ ਦਾ ਮੁੱਖ ਮੰਤਰੀ ਰਾਜਸਥਾਨ ਦੇ ਹੱਕ 'ਚ ਭੁਗਤਦਾ ਨਜ਼ਰ ਆ ਰਿਹਾ ਸੀ। ਉਸੇ ਤਰ੍ਹਾਂ ਆਹ ਸਥਿਤੀ ਬਣੀ ਹੋਈ ਸੀ ਕਿ ਕ੍ਰਿਸ਼ਨ ਕੁਮਾਰ ਨੇ ਜੀ, ਪੰਜਾਬ ਦੇ ਮਤਲਬ ਪ੍ਰਮੁੱਖ ਸਕੱਤਰ ਨੇ, ਤੇ ਉਸ ਨਾਤੇ, ਪਰ ਉਹ ਹਰਿਆਣੇ ਦੇ ਵਾਸੀ ਨੇ, ਉਹ ਹਰਿਆਣਾ ਦੇ ਨੇ ਕ੍ਰਿਸ਼ਨ ਕੁਮਾਰ, ਪਰ ਪੰਜਾਬ ਦੇ ਪ੍ਰਮੁੱਖ ਸਕੱਤਰ ਨੇ, ਤੇ ਇਸ ਲਈ ਕਹਿੰਦੇ ਜੀ ਉਹ ਕੱਲ ਵਾਲੀ ਬੈਠਕ ਦੇ ਵਿੱਚ ਪੰਜਾਬ ਦੇ ਪੱਖ ਤੋਂ ਦਲੀਲਾਂ ਰੱਖ ਰਹੇ ਸੀ। ਠੀਕ ਹੈ ਜੀ। ਦੂਸਰੇ ਪਾਸੇ ਅੰਮ੍ਰਿਤਸਰ ਦਾ ਵਸਨੀਕ ਹੈ ਮੁੰਡਾ, ਪਰ ਉਹ ਹਰਿਆਣੇ ਦਾ ਐਡਵੋਕੇਟ ਜਨਰਲ ਹੈ। ਠੀਕ ਹੈ ਜੀ। ਉਸ ਨਾਤੇ ਉਹ ਹਰਿਆਣੇ ਦਾ ਪੱਖ ਰੱਖ ਰਿਹਾ ਸੀ। ਸੋ ਇਹੀ ਜੀ ਸਥਿਤੀ ਵੀ ਉੱਥੇ ਬਣਦੀ ਨਜ਼ਰ ਆਈ। ਤੇ ਕੱਲ ਮਤਲਬ ਹਾਸੀ ਖੇਡੀ ਵੀ ਚੱਲੀ ਗਈ ਵਿੱਚ ਕਹਿੰਦੇ ਕਿ ਮਨੋਹਰ ਲਾਲ ਖੱਟਰ ਕਹਿੰਦੇ ਕਿ ਵੀ ਮਾਨ ਤਾਂ ਮੰਨਣ ਨੂੰ ਇਹ ਤਿਆਰ ਨਹੀਂ ਹੈ ਨਾ। ਮੀਟਿੰਗ ਤਾਂ ਕਹਿੰਦੇ ਬੜੇ ਸੁਖਾਵੇਂ ਮਾਹੌਲ 'ਚ ਹੋਈ, ਪਰ ਕਹਿੰਦੇ ਮਾਨ ਹੈ ਕਿ ਉਹ ਮੰਨਦਾ ਹੀ ਨਹੀਂਗਾ। ਸੋ ਇਸ ਲਈ ਉਹਨਾਂ ਨੇ ਇਹ ਵੀ ਗੱਲ ਰੱਖੀ। ਪਰ ਇਹ ਸਭ ਦੇ ਦਰਮਿਆਨ ਇੱਕ ਧਰਨਾ ਚੱਲਿਆ ਪ੍ਰਵੀਨ ਜੀ। ਧਰਨਾ ਚੱਲਿਆ 6 ਫੇਸ ਹੈ ਨਾ, ਬੇਰਖਾ ਦੇ ਕੋਲ, ਜਿੱਥੇ ਦਾਰਾ ਸਟੂਡੀਓ ਹੈ ਉੱਥੇ, ਹੈ ਨਾ, ਚੰਡੀਗੜ੍ਹ ਦੇ ਮੂੰਹ ਤੇ ਉੱਤੇ। ਰਾਜੇਵਾਲ ਹੋਣਾ ਸਣੇ 5 ਜਥੇਬੰਦੀਆਂ ਇਸ ਗੱਲ ਦੇ ਵਿਰੋਧ 'ਚ ਆਈਆਂ ਕਿ ਕੇਂਦਰੀ ਮੰਤਰੀ ਨਾਲ ਬੈਠਕ ਕਿਉਂ ਕਰ ਰਹੇ ਹੋ, ਜਦੋਂ ਕਿ ਅਸੀਂ ਪਾਣੀ ਦੇਣ ਵਾਲੀ ਸਥਿਤੀ 'ਚ ਨਹੀਂ, ਕਿ ਫਿਰ ਬੈਠਕ ਦੀ ਵੀ ਕੀ ਲੋੜ ਹੈ। ਤੇ ਇਹ ਡਰਾਮਾਬਾਜ਼ੀ ਕਿਉਂ ਹੈ ਕਿ ਸਾਫ਼ ਸਪਸ਼ਟ ਜਦੋਂ ਪੰਜਾਬ ਕਰ ਦਵੇ। ਤੇ ਉਹਨਾਂ ਨੇ ਕੁਝ ਤਰਕ ਜਿਹੜੇ ਸੀਗੇ ਉਹ ਬੜੇ ਕਮਾਲ ਸੀ। ਉਹ ਕਹਿੰਦੇ ਕਿ ਪੁਨਰਗਠਨ ਐਕਟ ਜਿਹੜਾ 1966 ਹੈ, ਉਹਦੀ ਧਾਰਾ 78 ਤੇ 80 ਬੇਈਮਾਨੀ ਨਾਲ ਪਾਈਆਂ ਗਈਆਂ ਨੇ, ਕਹਿੰਦੇ ਕੇਂਦਰ ਵੱਲੋਂ। ਠੀਕ ਹੈ। ਤੇ ਇਹਨਾਂ ਧਾਰਾਵਾਂ ਨੂੰ ਜੇਕਰ ਰਾਜੇਵਾਲ ਨਹੀਂ ਕਹਿੰਦੇ ਜੇ ਰੱਦ ਕੀਤਾ ਜਾਂਦਾ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਜੇ ਰੱਦ ਕੀਤਾ ਜਾਂਦਾ ਤਾਂ ਕਿੰਨੇ ਮਸਲੇ ਹੱਲ ਹੋ ਸਕਦੇ ਨੇ। ਸੋ ਉਹਨਾਂ ਨੇ ਦੂਸਰਾ ਇੱਕ ਅਹਿਮ ਤਰਕ ਜਿਹੜਾ ਲੱਗਿਆ ਮੈਨੂੰ, ਮਤਲਬ ਉਹ ਬੜਾ ਬਖੂਬੀ ਸੀਗਾ। ਉਹ ਕਹਿੰਦੇ ਕਿ ਜੇ ਕਾਵੇਰੀ ਤੇ ਨਰਮਦਾ ਵਰਗਾ ਵਿਵਾਦ, ਇਹਨਾਂ ਸੂਬਿਆਂ ਦੇ ਵਿੱਚ ਜੇ ਕਾਵੇਰੀ ਤੇ ਨਰਮਦਾ ਵਰਗਾ ਵਿਵਾਦ ਹੈ ਨਾ, ਮਤਲਬ ਕਿ ਰਿਪੇਰੀਅਨ ਲਾ ਦੇ ਹਿਸਾਬ ਨਾਲ ਨਿਬੜ ਸਕਦਾ, ਤੇ ਪੰਜਾਬ ਵਾਲਾ ਕਿਉਂ ਨਹੀਂ ਬਈ? ਰਿਪੇਰੀਅਨ ਲਾ ਕਿਉਂ ਨਹੀਂ ਲਾਗੂ ਕਰਦੇ? ਇੱਥੇ ਮਾਲਕੀ ਸਾਡੀ ਕਿਉਂ ਨਹੀਂ ਤੈਅ ਕਰਦੇ? ਸੋ ਇਸ ਹਵਾਲੇ ਨਾਲ ਉਹਨਾਂ ਨੇ ਇਹ 2-3 ਮੁੱਦੇ ਚੁੱਕੇ, ਤੇ ਉਹਨਾਂ ਨੇ ਕਿਹਾ ਕਿ ਇੱਥੇ ਸਪਸ਼ਟ ਪੱਧਰ ਤੇ ਕੰਮ ਹੋਣਾ ਚਾਹੀਦਾ ਕਿ 5 ਸਾਲ ਬਾਅਦ ਹਰਿਆਣੇ ਦੇ ਗਠਨ ਤੋਂ ਬਾਅਦ ਹਰਿਆਣੇ ਨੇ ਆਪਣੀ ਰਾਜਧਾਨੀ ਵੀ ਵੱਖਰੀ ਕਰਨੀ ਸੀ, ਅਜੇ ਤੱਕ ਤਾਂ ਉਹਦੇ ਪਰ ਵੀ ਨਹੀਂ ਆਏ। ਸੋ ਪਾਣੀ ਵਾਲਾ ਕੱਲਾ ਮੁੱਦਾ ਜੇ ਸਮਝੌਤਿਆਂ 'ਚੋਂ ਗੱਲ ਕਰਨੀ ਹੈ ਤਾਂ ਉਹ ਮੁੱਦਾ ਕਿੱਥੇ ਜਾਂਦਾ? ਸੋ ਕੱਲ ਇਹਦੇ ਨਾਲ ਲੋਕ ਖਾਸੇ ਔਖੇ ਹੋਏ ਪ੍ਰਵੀਨ ਜੀ। 6-7 ਘੰਟੇ ਮਤਲਬ 6 ਫੇਸ ਤੋਂ ਲੈ ਕੇ ਖਰੜ ਦੇ ਬੱਸ ਅੱਡੇ ਤੱਕ ਪੂਰਾ ਜਾਮ ਸੀ। ਉਹ ਕਹਿੰਦੇ ਜੀ ਕਿ ਅਸੀਂ ਤਾਂ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੇ ਇਹਨਾਂ ਸਮਝੌਤਿਆਂ ਲਈ, ਪੰਜਾਬ ਦੇ ਹੱਕਾਂ ਲਈ ਆਏ ਆ, ਤੇ ਜੇਕਰ ਮਤਲਬ ਕਿ ਚੰਡੀਗੜ੍ਹ 'ਚ ਸਾਨੂੰ ਵੜਨ ਤੋਂ ਜਿਵੇਂ ਰੋਕਿਆ ਜਾਂਦਾ, ਤੇ 18 ਤਰੀਕ ਨੂੰ ਅਸੀਂ 18 ਜਨਵਰੀ ਨੂੰ ਪਾਣੀਆਂ ਦੇ ਮਸਲੇ ਤੇ ਹੀ ਪੱਕਾ ਧਰਨਾ ਸੀ, ਪਰ ਚੰਡੀਗੜ੍ਹ ਦੇ ਅੰਦਰ ਹੀ ਲਾਵਾਂਗੇ, ਜੇ ਰੋਕ ਹੁੰਦਾ ਉਦੋਂ ਪ੍ਰਸ਼ਾਸਨ ਰੋਕ ਲਵੇ। ਸੋ ਇਸ ਲਈ ਆਹ ਵੀ ਇੱਕ ਪਹਿਲੂ ਸੀ। ਪਰ ਆਪਾਂ ਗੱਲ ਕਰ ਰਹੇ ਸੀ ਨੌਕਰੀ ਵਾਲੀ, ਇਸ ਲਈ ਨੌਕਰੀ ਕੀ ਕੁਛ ਕਰਾਉਂਦੀ ਹੈ ਕਿ ਪੰਜਾਬ ਦੇ ਮੁੰਡੇ ਨੂੰ ਹਰਿਆਣੇ ਵਾਲੇ ਪੱਖੋਂ ਬੋਲਣਾ ਪਿਆ, ਤੇ ਹਰਿਆਣੇ ਵਾਲੇ ਮੁੰਡੇ ਨੂੰ ਪੰਜਾਬ ਵਾਲੇ ਪੱਖ ਤੋਂ ਬੋਲਣਾ ਪਿਆ। ਇਹ ਨੌਕਰੀ ਵੀ ਕਿਹੜੇ ਕਾਰੇ ਕਰਾਉਂਦੀ ਹੈ ਜੀ ਸ਼ਰਮਾ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਕੱਲ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਸ਼ਰਮਾ ਜੀ, ਉਹ ਦਾਅਵਿਆਂ ਦੇ ਨਾਲ ਪੰਜਾਬ ਸਰਕਾਰ ਨੇ ਆਪਣੇ ਹੱਕ ਦੇ ਵਿੱਚ ਕੀਤਾ ਹੋਇਆ ਸੀਗਾ। ਕਈ ਵਾਰੀ ਨਾ ਇਮੋਸ਼ਨਲ ਮਾਮਲਿਆਂ ਤੇ ਲੋਕ ਸਰਕਾਰ ਦੇ ਨਾਲ ਖੜ ਜਾਂਦੇ ਨੇ। ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸਰਕਾਰ
ਸੱਚ ਬੋਲ ਰਹੀ ਹੈ। ਸੈਂਟੀਮੈਂਟਸ ਕਈ ਵਾਰੀ ਹੁੰਦੇ ਨੇ ਨਾ ਆਪਣੇ। ਪਰ ਜਾਖੜ ਸਾਹਿਬ ਨੇ ਇੱਕ ਵੱਖਰੀ ਗੱਲ ਕੱਢ ਲਿਆਂਦੀ ਹੈ। ਉਹ ਕਹਿੰਦੇ ਕਿ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਲੱਗੀਆਂ, ਇਸ ਕਰਕੇ ਜਿਹੜੀ ਪੰਜਾਬ ਦੀ ਝਾਕੀ ਹੈ ਉਹ ਰੱਦ ਹੋਈ। ਪ੍ਰਵੀਨ ਜੀ, ਪਹਿਲੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ, ਜੀ ਜੀ ਪ੍ਰੈਸ ਕਾਨਫਰੰਸ ਕੀਤੀ, ਜੀ। ਤੇ ਉਸ ਦਿਨ ਸੁਨੀਲ ਜਾਖੜ ਨੇ ਕਿਹਾ ਸੀਗਾ ਕਿ ਇਹ ਰੱਦ ਨਹੀਂ ਹੋਣੀ ਚਾਹੀਦੀ, ਹੂੰ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ, ਹੂੰ ਪਰ ਇਹਦੇ ਤੇ ਰਾਜਨੀਤੀ ਦੀ ਲੋੜ ਨਹੀਂ। ਉਦਣ ਉਹ ਗੋਲ ਜੀ ਗੱਲ ਕਰ ਗਏ ਸੀ, ਮਤਲਬ, ਹੈ ਜੀ ਨਾ। ਜੀ ਪਰ ਦੂਸਰੇ ਦਿਨ ਉਹਨਾਂ ਨੇ ਅਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਸੱਦੀ, ਹੂੰ ਤੇ ਪ੍ਰੈਸ ਕਾਨਫਰੰਸ ਸੱਦ ਕੇ ਸੁਨੀਲ ਜਾਖੜ ਨੂੰ ਇੱਕ ਸੁਹਿਰਦ ਲੀਡਰ ਵਜੋਂ ਜਾਣਿਆ ਜਾਂਦਾ ਹੈ। ਅੱਜ ਕੱਲ ਭਾਜਪਾ ਦੀ ਬੋਲੀ ਬੋਲਦੇ ਨੇ, ਭਾਜਪਾ ਦੇ ਵਿੱਚ ਨੇ, ਭਾਜਪਾ ਦੇ ਪ੍ਰਧਾਨ ਨੇ, ਪਰ ਫਿਰ ਵੀ ਸੁਨੀਲ ਜਾਖੜ ਨੂੰ ਥੋੜੇ ਜਿਹੇ ਲੋਕ ਨਾ ਗੰਭੀਰਤਾ ਨਾਲ ਲੈਂਦੇ ਆ ਕਿ ਯਾਰ ਉਹ ਗੱਲ ਜਿਆਦਾ ਟਪਲੇਬਾਜ਼ੀ ਵਾਲੀ ਨਹੀਂ ਕਰੂਗਾ। ਜੇ ਸੁਨੀਲ ਜਾਖੜ ਇਹ ਗੱਲ ਕਹਿ ਰਿਹਾ ਕਿ ਹਾਂ ਜੀ ਇਹ ਰੱਦ ਹੋਣ ਦਾ ਕਾਰਨ ਇਹ ਨਹੀਂ ਹੈਗਾ ਕਿ ਜੀ ਮਤਲਬ ਕਿ ਇਹ ਪੰਜਾਬ ਦੀ ਝਾਕੀ ਸੀ ਤਾਂ ਰੱਦ ਹੋ ਗਿਆ, ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਕੀਆਂ ਸੀ ਤਾਂ ਰੱਦ ਹੋ ਗਿਆ। ਕਹਿੰਦੇ ਇਹਦਾ ਮੁੱਖ ਕਾਰਨ ਤਾਂ ਇਹੀ ਹੈ ਕਿ ਇਹ ਥੀਮ ਆਧਾਰਿਤ ਸਹੀ ਨਹੀਂ ਸੀ। ਠੀਕ ਹੈ। ਤੇ ਥੀਮ ਆਧਾਰਿਤ ਦਾ ਪੱਖ ਮੁੱਖ ਤੌਰ ਤੇ ਇਹ ਸੀ, ਕਹਿੰਦੇ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਆਪਣੀਆਂ ਤਸਵੀਰਾਂ ਲਾਈਆਂ ਸੀ ਉਹਦੇ ਉੱਤੇ ਝਾਕੀਆਂ। ਅੱਛਾ। ਇਸ ਲਈ ਕਹਿੰਦੇ ਰੱਦ ਹੋ ਗਿਆ। ਪੰਜਾਬ ਦੀ ਝਾਕੀ ਰੱਦ ਹੋਣ ਦਾ ਕਾਰਨ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਇਹਨਾਂ ਝਾਕੀਆਂ ਤੇ ਫੋਟੋ ਲੱਗੀ ਸੀ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ, ਇਹ ਵੱਡਾ ਨਿਸ਼ਾਨਾ ਹੈ ਆਮ ਆਦਮੀ ਪਾਰਟੀ ਤੇ ਵੱਡਾ ਚੱਲ। ਬੇਸ਼ੱਕ ਮਾਲਵਿੰਦਰ ਕੰਗ ਨੇ ਇਸ ਤਰਕ ਨੂੰ ਖਾਰਜ ਕੀਤਾ, ਉਹਨਾਂ ਦੀ ਇਸ ਬਿਆਨਬਾਜ਼ੀ ਨੂੰ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਕੇ ਮਤਲਬ ਕਿ ਖੰਡਨ ਕਰਦਿਆਂ ਕਿਹਾ ਕਿ ਨਹੀਂ ਜੀ ਇਹ ਝੂਠੇ ਦੋਸ਼ ਲਾਏ ਜਾ ਰਹੇ ਨੇ, ਕੋਈ ਫੋਟੋ ਨਹੀਂ ਲੱਗੀ ਸੀ, ਕਿਤੇ ਵੀ ਫੋਟੋ ਨਹੀਂ ਸੀ, ਦਿਖਾਉਣ ਜੇ ਫੋਟੋ। ਬਿਲਕੁਲ ਸੁਨੀਲ ਜਾਖੜ ਜੇ ਗੱਲ ਕਰ ਰਹੇ ਨੇ, ਹੁਣ ਦੇਖੋ ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ 3 ਝਾਕੀਆਂ ਦਿਖਾਈਆਂ ਜੀ ਜੀ ਕਿ ਆਹ ਅਸੀਂ ਭੇਜ ਰਹੇ ਸੀਗੇ ਜੀ। ਫੋਟੋ ਮੂਹਰੇ ਲਾਈ ਸੀ, ਪਿੱਛੇ ਲਾਈ ਸੀ, ਸਾਈਡ ਤੇ ਲਾਈ ਸੀ, ਜੇ ਲਾਈ ਸੀ ਤਾਂ ਭਾਈ ਉਹ ਚ ਤਾਂ ਦਿਖੀ ਨਹੀਂ ਜਿੰਨੀ ਫੋਟੋ ਦਿਖਾਈ ਅਗਲੇ ਨੇ। ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਤਾਂ ਦਿੱਤਾ ਜੀ, ਬਾਕੀ ਤਰਕਾਂ ਚ ਜਾਨ ਹੋ ਸਕਦੀ ਹੈ ਹੋਵੇ। ਜਿਹੜੀ ਉਹ ਗੱਲ ਕਰ ਰਹੇ ਨੇ ਕਿ 2007 ਤੋਂ ਲੈ ਕੇ ਤੱਕ ਮਤਲਬ ਕਿ ਇਹਨਾਂ ਇਸ ਸਭ ਦੇ ਦਰਮਿਆਨ 17 ਸਾਲਾਂ ਚ ਕਹਿੰਦੇ ਜੀ 2007 ਤੋਂ ਹੁਣ ਤੱਕ ਕਹਿੰਦੇ ਜੀ ਇੰਨੇ ਸਾਲਾਂ ਦੇ ਦਰਮਿਆਨ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਚ ਥਾਂ ਨਹੀਂ ਮਿਲੀ ਜੀ। ਕਹਿੰਦੇ ਬਾਦਲਾਂ ਦੇ ਟਾਈਮ 2000 ਮਤਲਬ 7 ਤੋਂ ਜਿਹੜਾ 17 ਤੱਕ ਦਾ ਦੌਰ ਆਉਂਦਾ ਜਿਹਦੇ ਵਿੱਚ 9 ਵਾਰ ਨਹੀਂ ਮਿਲੀ। ਫਿਰ 7 ਤੋਂ ਅਕਾਲੀ ਦਲ ਬੀਜੇਪੀ ਦੀ ਜਿਵੇਂ ਸਰਕਾਰ ਰਹੀ ਹੈ 17 ਤੱਕ ਤਾਂ, ਹੈ ਨਾ, 10 ਸਾਲ ਇਹਨਾਂ ਦਾ ਰਾਜ ਰਿਹਾ। ਇਹ 10 ਸਾਲਾਂ ਦੇ ਵਿੱਚ ਵੀ 4 ਵਾਰ ਮਤਲਬ ਕਿ ਸਾਡੀ ਝਾਕੀ ਨੂੰ ਥਾਂ ਨਹੀਂ ਮਿਲੀ। ਸੋ ਇਸ ਲਈ ਕਹਿੰਦੇ ਕਿ ਇਹ ਵੀ ਤਾਂ ਇੱਕ ਹਵਾਲਾ ਹੈਗਾ ਕਿ ਅਕਾਲੀਆਂ ਦੇ ਟਾਈਮ ਵੀ ਹੁੰਦਾ ਰਿਹਾ, ਕਾਂਗਰਸ ਦੇ ਟਾਈਮ ਵੀ ਹੁੰਦਾ ਰਿਹਾ, ਕਦੇ ਮਿਲ ਗਈ, ਸਾਰੇ ਸੂਬਿਆਂ ਨੂੰ ਨਹੀਂ ਮਿਲਦੀ। ਕਹਿੰਦੇ 9 ਵਾਰ 2007 ਤੋਂ ਅੱਜ ਦੀ ਤੱਕ 17 ਸਾਲਾਂ ਚ ਜੇਕਰ 9 ਵਾਰ ਨਹੀਂ ਮਿਲੀ ਤਾਂ ਇਹਦਾ ਮਤਲਬ ਕਿ ਇਹ ਥੋੜਾ ਕਿ ਇਕੱਲੇ ਤੁਹਾਡੇ ਬਾਰੇ ਹੋਇਆ। ਪਰ ਕਹਿੰਦੇ ਤੁਹਾਡੇ ਵਾਰ ਰੱਦ ਹੋਣ ਦਾ ਅਹਿਮ ਕਾਰਨ ਇਹ ਆ ਕਿ ਕਹਿੰਦੇ ਜੀ ਇਹਨਾਂ ਦੋਵਾਂ ਨੇ ਆਪਣੀ ਫੋਟੋਆਂ ਲਾਈਆਂ ਸੀ, ਪਰ ਉਹ ਫੋਟੋਆਂ ਵਾਲੀ ਅਜੇ ਤਸਵੀਰ ਦਿਖਾਈ ਨਹੀਂ। ਸੋ ਜਾਂ ਤਾਂ ਉਹ ਤਸਵੀਰ ਜਾਰੀ ਕਰਦੇ, ਫੋਟੋਆਂ ਲੱਗੀਆਂ ਹੋਈਆਂ ਜਾਰੀ ਕਰਦੇ, ਜਾਂ ਉਹ ਕੇਂਦਰ ਦਾ ਕੋਈ ਇਹ ਕੈਂਸਲ ਕਰਨ ਦੇ ਹਵਾਲੇ ਨਾਲ ਇਹ ਲਿਖੀ ਹੋਈ ਗੱਲ ਦਿਖਾਉਂਦੇ ਕਿ ਫੋਟੋਆਂ ਹਟਾਓ ਦੀ ਗੱਲ ਕਹੀ ਆ ਉਹਨਾਂ ਨੇ, ਜਾਂ ਆਪਣੀਆਂ ਫੋਟੋਆਂ। ਮਤਲਬ ਕਿ ਕਦੇ ਅਸੀਂ ਝਾਕੀਆਂ ਦੇ ਵਿੱਚ ਏਦਾਂ ਕਿਸੇ ਸੂਬੇ ਦੀਆਂ ਮੁੱਖ ਮੰਤਰੀਆਂ ਦੀਆਂ ਫੋਟੋਆਂ ਲੱਗੀਆਂ ਨਹੀਂ ਦੇਖੀਆਂ। ਸੂਬੇ ਦੀ ਨੁਮਾਇੰਦਗੀ ਹੁੰਦੀ ਆ, ਸਰਕਾਰ ਦੀ ਜਾਂ ਸਰਕਾਰ ਦੇ ਕਿਸੇ ਚਿਹਰੇ ਮੋਹਰੇ ਦੀ ਨਹੀਂ। ਪਰ ਜੇ ਸੁਨੀਲ ਜਾਖੜੇ ਲਾ ਰਹੇ ਨੇ ਦੋਸ਼, ਤਾਂ ਜੇ ਸੱਚੇ ਨੇ ਤਾਂ ਉਹਨਾਂ ਨੂੰ ਉਹ ਤੱਥ ਵੀ ਸਾਹਮਣੇ ਲਿਆ ਕੇ ਰੱਖਣੇ ਚਾਹੀਦੇ ਸੀ। ਕੰਗ ਨੇ ਇਹਨਾਂ ਦਾ ਖੰਡਨ ਕੀਤਾ, ਦਿਖਾਈ ਕੰਗ ਨੇ ਵੀ ਕੋਈ ਫੋਟੋ ਨਹੀਂ ਕਿ ਹਾਂ ਦੇਖੋ ਜੀ ਚਾਰੇ ਪਾਸਿਓਂ ਦੇਖ ਲਓ, ਅੱਗੇ ਕਿਸੇ ਪਾਸੇ ਨਹੀਂ ਲਾਈ ਸੀ, ਹੈ ਨਾ, ਤੇ ਜਾਂ ਹੁਣ ਬਾਅਦ ਦੀ ਵਾਲੀ ਫੋਟੋ ਹੋਵੇ। ਪਰ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਰੱਦ ਪਹਿਲਾਂ ਵੀ ਹੁੰਦੀਆਂ ਰਹੀਆਂ, ਤੇ ਪਰ ਸਵਾਲ ਇਹ ਹੈ ਕਿ ਜਾਖੜ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਕੇ ਉੱਠ ਗਏ ਕਿ ਜੀ ਕੇਂਦਰ ਨੇ ਧੱਕਾ ਕੀਤਾ, ਸਾਡੀ ਝਾਕੀ ਸ਼ਾਮਲ ਕੀਤੀ। ਸੁਖਬੀਰ ਸਿੰਘ ਬਾਦਲ ਕਹੀ ਜਾਂਦੇ ਨੇ ਜੀ ਇਹ ਕੇਂਦਰ ਦਾ ਧੱਕਾ ਜੀ, ਝਾਕੀ ਦਾ ਸ਼ਾਮਲ ਕਰਨੀ ਚਾਹੀਦੀ ਸੀ। ਤੁਸੀਂ ਕਹੀ ਜਾਂਦੇ ਹੋ ਜੀ ਨਹੀਂ ਜੀ ਇਹਨਾਂ ਦੀ ਨਲਾਇਕੀ ਕਰਕੇ। ਪਰ ਝਾਕੀ ਸ਼ਾਮਲ ਕਰਾਉਣ ਲਈ ਕੌਣ ਜਾਊਗਾ ਦਿੱਲੀ? ਤੁਸੀਂ ਦਿੱਲੀ ਜਾਓ, ਜੇ ਭਗਵੰਤ ਮਾਨ ਨਹੀਂ ਜਾਂਦੇ ਤਾਂ ਤੁਸੀਂ ਚਲੇ ਜਾਓ, ਤੁਹਾਡੀ ਤਾਂ ਪਾਰਟੀ ਦੀ ਸਰਕਾਰ ਹੈ, ਬਿਲਕੁਲ ਤੁਸੀਂ ਸ਼ਾਮਲ ਕਰਾਇਆ। ਤੁਸੀਂ ਕਹਿ ਦੋ ਕਿ ਹਾਂ, ਮਤਲਬ ਇਸ ਲਈ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਝਲਕਾਰਾ ਜ਼ਿਆਦਾ ਪੈ ਰਿਹਾ ਹੁਣ ਇਸ ਝਾਕੀਆਂ ਦੇ ਮੁੱਦੇ ਤੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਕਿ ਕੇਂਦਰ ਨੇ ਜੀ ਕਮਾਲ ਕਰਤਾ, ਨਰਿੰਦਰ ਮੋਦੀ ਨੇ ਕਮਾਲ ਕਰਤਾ ਜੀ,
ਸਾਹਿਬਜ਼ਾਦਿਆਂ ਦੇ ਦਿਹਾੜਿਆਂ ਨੂੰ ਵੀਰਵਾਲ ਦਿਵਸ ਦੇ ਰੂਪ 'ਚ ਦੁਨੀਆ ਭਰ 'ਚ ਫੈਲਾਤਾ ਜੀ। ਮਤਲਬ ਮੋਦੀ ਤੋਂ ਪਹਿਲਾਂ ਜਿਵੇਂ ਕੋਈ ਕਿਸੇ ਨੂੰ ਪਤਾ ਹੀ ਨਾ ਹੋਵੇ ਇਸ ਗੱਲ ਦਾ, ਜੀ ਜੀ ਇਲਮ ਹੀ ਨਾ ਹੋਵੇ, ਇਹ ਦਰਸਾਉਣ ਦੀ ਕੋਸ਼ਿਸ਼ ਹੈ। ਚਲੋ ਜੇ ਤੁਸੀਂ 2 ਦਿਨ ਪਹਿਲਾਂ ਉਹ ਦਿਹਾੜਾ ਮਨਾ ਕੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਨਾਲ, ਪੰਜਾਬੀਆਂ ਨਾਲ ਆਪਣਾ ਮੋਹ ਜਗਾ ਰਹੇ ਹੋ, ਤਾਂ ਦੂਏ ਦਿਨ ਤੁਸੀਂ ਚਿੱਠੀਆਂ ਆਉਂਦੀਆਂ ਕਿ ਤੁਸੀਂ ਝਾਕੀ ਸਾਡੀਆਂ ਰੱਦ ਕਰ ਰਹੇ ਹੋ। ਸੋ ਫਿਰ ਇਹ ਦੋਹਰੀ ਰਾਜਨੀਤੀ ਦਾ ਵੀ ਇੱਕ ਪ੍ਰਤੀਕ ਹੈ। ਪਰ ਨਾ ਜਾਖੜ ਇਸ ਕੰਮ ਦੀ ਪਹਿਲ ਕਦਮੀ ਕਰਦੇ ਨਜ਼ਰ ਆਏ ਕਿ ਮੈਂ ਝਾਕੀ ਸ਼ਾਮਲ ਕਰਾਉਣ ਜਾਊਂ, ਨਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਨਜ਼ਰ ਆਇਆ ਕਿ ਹਾਂ ਮਤਲਬ ਕਿ ਮੈਂ ਦਿੱਲੀ ਚੱਲਿਆ, ਤੇ ਨਾ ਹੀ ਮਤਲਬ ਕਿ ਸੁਖਬੀਰ ਬਾਦਲ ਹੋਰਾਂ ਵੱਲੋਂ ਜਾਂ ਅਕਾਲੀ ਦਲ ਵੱਲੋਂ ਕਿਸੇ ਵੱਲੋਂ ਪਹਿਲ ਕਦਮੀ। ਸੋ ਸਿਰਫ ਬਿਆਨਬਾਜ਼ੀ, ਰਾਜਨੀਤੀ ਹੁੰਦੀ ਨਜ਼ਰ ਆ ਰਹੀ ਹੈ। ਇਸ ਮਸਲੇ ਦੇ ਹੱਲ ਲਈ ਜਾਂ ਝਾਕੀ ਸ਼ਾਮਲ ਕਰਾਉਣ ਲਈ ਮੈਨੂੰ ਕੋਈ ਤਰਸਫਿਰਦ ਨਜ਼ਰ ਨਹੀਂ ਆਈ। ਜੀ ਜੀ ਸ਼ਰਮਾ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕੁਸ਼ਤੀ ਸੰਘ ਦਾ ਕਹਿੰਦੇ ਨਵਾਂ ਬਣਿਆ ਪ੍ਰਧਾਨ ਆ ਜਿਹੜਾ, ਉਹ ਪ੍ਰਧਾਨਗੀ ਖਾਤਰ ਹੁਣ ਅਦਾਲਤ ਜਾਊਗਾ ਜੀ। ਪ੍ਰਵੀਨ ਜੀ, ਆਪਾਂ ਕੱਲੇ ਗੱਲ ਕੀਤੀ ਸੀ ਕਿ ਇਸ ਗੱਲ ਨੂੰ ਅਜੇ ਜਨਤਕ ਕੋਈ ਨਹੀਂ ਕਰ ਰਿਹਾ ਕਿ ਸੰਜੇ ਸਿੰਘ ਦੀ ਇੱਕ ਰੋਸ ਭਰੀ ਚਿੱਠੀ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਗਈ ਹੈ ਕਹਿੰਦੇ ਜੀ, ਪਰ ਨਾ ਤਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਸ ਗੱਲ ਨੂੰ ਮੰਨਿਆ, ਨਾ ਅਜੇ ਤੱਕ ਸੰਜੇ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ, ਨਾ ਹੀ ਖੇਡ ਮੰਤਰਾਲਾ ਇਸ ਗੱਲ ਤੇ ਆ ਰਿਹਾ ਸੀ। ਪਰ ਕੱਲ ਸ਼ਾਮ ਤੱਕ, ਭਾਰਤੀ ਸਮੇਂ ਦੇ ਦੇਰ ਸ਼ਾਮ ਤੱਕ ਇਹ ਗੱਲ ਸਾਹਮਣੇ ਆਉਣ ਲੱਗੀ ਸੀ ਕਿ ਸੰਜੇ ਸਿੰਘ ਜਨਤਕ ਤੌਰ ਤੇ ਇਸ ਗੱਲ ਦੇ ਲਈ ਤਿਆਰ ਹੋ ਗਏ ਨੇ ਕਿ ਜੇ ਮੇਰੀ ਬਹਾਲੀ ਨਾ ਕੀਤੀ, ਮੇਰੀ ਪ੍ਰਧਾਨਗੀ ਬਹਾਲ ਨਾ ਕੀਤੀ, ਫਿਰ ਕਹਿੰਦੇ ਜੀ ਮੈਂ ਅਦਾਲਤ ਦਾ ਰੁਖ ਕਰੂੰਗਾ। ਕਹਿੰਦੇ ਉਹਨੇ ਬਕਾਇਦਾ ਭਾਰਤੀ ਓਲੰਪਿਕ ਸੰਘ ਨੂੰ ਚਿੱਠੀ ਲਿਖ ਕੇ ਕਹਿਤਾ, ਤਾੜਨਾ ਕਰਤੀ ਕਿ ਸਾਨੂੰ ਜੀ ਮਤਲਬ ਕਿ ਇੱਕ ਰਿਟਾਇਰਡ ਜੱਜ ਦੀ ਅਗਵਾਈ ਦੇ ਹੇਠ ਸਾਡੀ ਚੋਣ ਹੁੰਦੀ ਹੈ ਜੀ, ਹੈ ਨਾ। ਉਸ ਚੋਣ ਦੇ ਵਿੱਚ 22-23 ਸੂਬਿਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਨੇ ਜੀ, ਹੈ ਨਾ। ਤੇ 47 ਦੇ ਕਰੀਬ ਵੋਟਾਂ ਪੈਂਦੀਆਂ ਨੇ ਜੀ, 40 ਤੋਂ ਵੱਧ ਵੋਟਾਂ ਮੈਨੂੰ ਮਿਲਦੀਆਂ ਨੇ ਜੀ। ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ, ਨੁਮਾਇੰਦਿਆਂ ਨੇ ਮੈਨੂੰ ਵੋਟ ਪਾਈ ਹੈ ਜੀ। ਸੋ ਮੈਂ ਲੋਕਤੰਤਰਕ ਤਰੀਕੇ ਨਾਲ ਚੁਣ ਕੇ ਆਇਆ, ਤੇ ਫਿਰ ਮੈਨੂੰ ਲਾਂਭੇ ਕਿਵੇਂ ਕਰ ਸਕਦਾ ਖੇਡ ਮੰਤਰਾਲਾ, ਮੈਨੂੰ ਇਗਨੋਰ ਕਿਵੇਂ ਕਰ ਸਕਦਾ। ਸੋ ਇਸ ਲਈ ਕਹਿੰਦੇ ਜੀ ਕਿ ਮੇਰਾ ਸੰਵਿਧਾਨਕ ਹੱਕ ਬਣਦਾ, ਮੈਨੂੰ ਆਪਣਾ ਪੱਖ ਰੱਖਣ ਦਾ ਵੀ ਹੱਕ ਦੇਣਾ ਚਾਹੀਦਾ ਸੀ। ਮੈਨੂੰ ਪੁੱਛਿਆ ਹੀ ਨਹੀਂ, ਭੰਗ ਕਰਨ ਲੱਗੇ ਵੀ, ਸਾਨੂੰ ਹਟਾਉਣ ਲੱਗੇ, ਕਹਿੰਦੇ ਸਾਡਾ ਪੱਖ ਤਾਂ ਲੈਂਦੇ ਹੈ। ਅਸਲ 'ਚ ਕਹਿੰਦੇ ਜੀ ਇਹ 3 ਜਣੇ ਨੇ ਜੀ, ਕਹਿੰਦੇ ਬਜਰੰਗ ਪੁਨੀਆ, ਵਿਨੇਸ਼ ਫੋਗਟ ਤੇ ਸਾਕਸ਼ੀ ਮਲਿਕ ਜੀ, ਇਹ ਕਾਂਗਰਸ ਵੱਲੋਂ ਖੇਡ ਰਹੇ ਨੇ ਜੀ, ਤੇ ਇਸ ਲਈ ਮੇਰੇ ਨਾਲ ਰਾਜਨੀਤੀ ਹੋਗੀ। ਮਤਲਬ ਭਾਰਤੀ ਓਲੰਪਿਕ ਸੰਘ ਕਾਂਗਰਸ ਨੇ ਥੋੜਾ ਹੁਣ ਲਾਏ ਨੇ ਨੁਮਾਇੰਦੇ, ਹਾਂ ਜੀ। ਖੇਡ ਮੰਤਰਾਲਾ ਕਾਂਗਰਸ ਥੋੜਾ ਚਲਾ ਰਹੀ ਆ, ਹੈ ਨਾ। ਉਹ ਤਾਂ ਤੁਹਾਡਾ ਹੀ ਆ। ਤੇ ਇਸੇ ਲਈ ਪ੍ਰਵੀਨ ਜੀ, ਮੈਂ ਪਹਿਲੇ ਦਿਨ ਇਹ ਕਿਹਾ ਸੀਗਾ ਕਿ ਮੈਨੂੰ ਅਜੇ ਵੀ ਆ 3 ਮੈਂਬਰੀ ਕਮੇਟੀ ਬਣਾਉਣ 'ਚ ਵੀ ਰਾਜਨੀਤੀ ਝਲਕਦੀ ਆ, ਕਿ ਕਮੇਟੀ ਵੀ ਉਹੀ ਧਿਰ ਬਣਾ ਰਹੀ ਆ, ਸੰਜੇ ਸਿੰਘ ਨੁਮਾਇੰਦਾ ਜੀ। ਅੱਛਾ, ਉਸੇ ਆਪਣੀ ਉਹ ਧਿਰ ਨੂੰ ਸੰਜੇ ਸਿੰਘ ਚੈਲੰਜ ਕਰੀ ਜਾਂਦਾ। ਮਤਲਬ ਇਹ ਨਵਾਂ ਭਲੇਖੇ, ਨਵੀਂ ਤਾਣੀ ਉਲਝਾਉਣ ਦਾ ਇੱਕ ਸਿਆਸੀ ਡਰਾਮਾ ਤਾਂ ਨਹੀਂਗਾ ਜੀ। ਬਿਲਕੁਲ ਸਹੀ। ਸਾਨੂੰ ਬੋਲੀ ਜਾਈ, ਅਸੀਂ ਤੈਨੂੰ ਬੋਲੀ ਜਾਵਾਂਗੇ। ਲੋਕਾਂ ਦਾ ਧਿਆਨ ਮੁੱਖ ਖਿਡਾਰੀਆਂ ਦੇ ਮੁੱਦੇ ਤੋਂ ਹਟ ਜਾਵੇ, ਉਹਨਾਂ ਖਿਡਾਰੀਆਂ ਦੀ ਤਕਲੀਫ ਤੋਂ ਹਟ ਜਾਵੇ, ਤੇ ਤੇਰੇ ਵਾਲੇ ਮਤਲਬ ਸੰਜੇ ਸਿੰਘ ਹੁਣ ਵਿਚਾਰਾ ਬਣਨ ਨੂੰ ਫਿਰਦਾ। ਧੱਕਾ ਹੋ ਗਿਆ ਜੀ, ਮੇਰੇ ਨਾਲ ਧੋਖਾ ਹੋ ਗਿਆ ਜੀ। ਮਤਲਬ ਜਿਹੜੀ ਉਹ ਖਿਡਾਰੀਆਂ ਨਾਲ ਧੋਖਾ ਹੋਇਆ, ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨਾਲ ਵਧੀਕੀ ਹੋਈ, ਉਹਦੇ ਹੱਲ ਬਾਰੇ ਕੋਈ ਗੱਲ ਨਹੀਂ। ਉਹਨਾਂ ਨੂੰ ਤਾਂ ਚਰਚਾ ਜੀ ਬਾਹਰ ਕੱਢਿਆ ਜਾ ਰਿਹਾ। ਮਤਲਬ ਇਸ ਲਈ ਇਹਦੇ ਪਿੱਛੇ ਇੱਕ ਮੈਨੂੰ ਗਿਣੀ ਤੁਣੀ ਇੱਕ ਸਾਜ਼ਿਸ਼ ਵੀ ਮੁਸਕਾਉਂਦੀ ਆ ਕਿ ਭਾਈ ਇਸ ਖੇਡ ਦੀ ਵੀ ਖੇਡ ਰਹੇ ਨੇ ਕਿ ਆਪਾਂ ਆਪਸ 'ਚ ਤਾਣੀ ਉਲਝਾ ਲਓ, ਤਾਂ ਕਿ ਮੁੱਖ ਮੁੱਦੇ ਤੋਂ ਧਿਆਨ ਹਟ ਕੇ ਇਸ ਮੁੱਦੇ ਤੇ ਆ ਜਾਵੇ ਕਿ ਜੀ ਪ੍ਰਧਾਨਗੀ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਟੀਮ ਬਹਾਲ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਦੁਬਾਰਾ ਚੋਣ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਅਦਾਲਤ ਜਾਣਾ ਚਾਹੀਦਾ ਕਿ ਖੇਡ ਮੰਤਰਾਲੇ ਨੂੰ ਸੁਲਝਾਉਣਾ ਚਾਹੀਦਾ, ਓਲੰਪਿਕ ਐਸੋਸੀਏਸ਼ਨ ਨੂੰ ਭੰਗ ਕਰ ਦੇਣਾ ਚਾਹੀਦਾ ਕਿ ਨਹੀਂ ਕਰ ਦੇਣਾ ਚਾਹੀਦਾ, ਕੁਸ਼ਤੀ ਸੰਘ ਭੰਗ ਹੈ ਕਿ ਨਹੀਂ ਹੈ। ਮਤਲਬ ਐਂ ਜੇ ਮਸਲਾ ਉਲਝ ਜਾਵੇ, ਖਿਡਾਰੀਆਂ ਦਾ ਮੁੱਖ ਮੁੱਦਾ ਜਿਹਦੇ ਪਿੱਛੇ ਸਾਰਾ ਪ੍ਰਦਰਸ਼ਨ ਚੱਲਿਆ, ਜਿਹਦੇ ਪਿੱਛੇ ਸਾਰੀ ਜੰਗ ਚੱਲੀ, ਬ੍ਰਿਜ ਭੂਸ਼ਣ ਦੀ ਟੀਮ ਨੂੰ ਲਾਂਭੇ ਕਰਨ ਪਿੱਛੇ ਜਿਹੜੀ ਕਹਾਣੀ ਚੱਲੀ, ਉਹ ਮਾਮਲਾ ਕਿੱਥੇ ਗਿਆ? ਉਹ ਮਾਮਲਾ ਠੰਡੇ ਵਾਸਤੇ ਹੈ ਜੀ। ਜੀ। ਤੇ ਸ਼ਰਮਾ ਜੀ, ਜਾਂਦੇ ਗੱਲ ਕਰੀਏ ਮੌਸਮ ਦੇ ਲਗਾਤਾਰ ਜਿਹੜਾ ਬਦਲ ਰਿਹਾ, ਠੰਡ ਵੱਧ ਰਹੀ ਹੈ, ਧੁੰਦ ਦਾ ਅਸਰ ਕਹਿੰਦੇ ਰੇਲਾਂ ਤੋਂ ਲੈ ਕੇ ਹਵਾਈ ਉਡਾਣਾਂ ਤੱਕ ਹੈ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ 2 ਦਿਨਾਂ ਤੋਂ ਪੰਜਾਬ 'ਚ ਲਗਭਗ ਪੂਰੇ ਪੰਜਾਬ 'ਚ ਜਾਂ ਪੂਰੇ ਉੱਤਰੀ ਭਾਰਤ ਜੇਕਰ ਮੈਂ ਕਹਾਂ ਤਾਂ ਧੁੰਦ ਦਾ ਅਸਰ ਹੈ। ਠੰਡ ਪੂਰੇ ਕਹਿਰ ਦੀ ਹੈ। ਦੁਪਹਿਰ ਨੂੰ 10-10, 11-11 ਵਜੇ ਸੂਰਜ ਦੇ ਦਰਸ਼ਨ ਹੁੰਦੇ ਆ ਕਈ ਵਾਰ ਤਾਂ, ਤੇ ਸ਼ਾਮ ਨੂੰ 3-4 ਵਜੇ ਤੋਂ ਬਾਅਦ ਫਿਰ ਸਥਿਤੀ ਉਹੀ ਹੋ ਜਾਂਦੀ ਹੈ, ਜਿਹਦਾ ਅਸਰ ਸੜਕੀ ਆਵਾਜਾਈ ਤੇ ਵੀ ਪੈ ਰਿਹਾ। ਕੁਝ ਸੂਬਿਆਂ ਨੇ ਤਾਂ ਧੁੰਦ 'ਚ ਬੱਸਾਂ ਚਲਾਉਣ ਤੋਂ ਵੀ ਰੋਕ ਦੀ ਹਦਾਇਤ ਕੀਤੀ ਹੈ, ਔਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਸਮੇਂ ਨਿਕਲਣ ਤੋਂ ਬਚੋ, ਜਿੰਨਾ ਸੜਕਾਂ ਤੇ ਘੱਟ ਨਿਕਲਿਆ ਜਾਵੇ ਓਨਾ ਬਚੋ। ਤੇ ਪਰ ਇਹਦਾ ਅਸਰ ਮੈਂ ਦੇਖ ਰਿਹਾ ਸੀਗਾ ਕਿ ਰੇਲ ਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੀਆਂ ਰੇਲ ਕਈ ਰੱਦ ਕਰਨੀਆਂ ਪੈ ਰਹੀਆਂ, ਕਈ ਦੇਰੀ ਨਾਲ ਚੱਲ ਰਹੀਆਂ। ਇਸੇ ਤਰ੍ਹਾਂ ਸਮੁੱਚੇ ਭਾਰਤ ਲਈ ਦਿੱਲੀ
ਦੇ ਰੇਲਵੇ ਸਟੇਸ਼ਨ ਤੋਂ ਨਿਕਲਣ ਵਾਲੀਆਂ ਰੇਲ ਗੱਡੀਆਂ ਤੇ ਵੀ ਅਸਰ ਦੇਖਣ ਨੂੰ ਮਿਲਿਆ। 22 ਦੇ ਕਰੀਬ ਰੇਲ ਗੱਡੀਆਂ ਨੇ ਜਿਹੜੀਆਂ ਮਤਲਬ ਕਿ ਦੇਰੀ ਨਾਲ ਚੱਲ ਰਹੀਆਂ ਨੇ ਤੇ 4-5 ਰੇਲ ਗੱਡੀਆਂ ਰੱਦ ਵੀ ਕਰਨੀਆਂ ਪੈ ਰਹੀਆਂ ਨੇ। ਸੋ ਜਦੋਂ ਕਿ 134 ਤੋਂ ਵੱਧ ਉਡਾਨਾਂ ਲੰਘੇ ਦੇਰ ਸ਼ਾਮ ਤੱਕ ਪ੍ਰਭਾਵਿਤ ਹੋਈਆਂ। ਜੇਕਰ ਮੈਂ ਅੰਤਰਰਾਸ਼ਟਰੀ ਦਿੱਲੀ ਏਅਰਪੋਰਟ ਦੀ ਗੱਲ ਕਰਾਂ ਉਹਦੇ ਵਿੱਚੋਂ 134 ਦੇ ਕਰੀਬ, ਜਿਹਦੇ ਵਿੱਚੋਂ 35 ਸਾਡੀਆਂ ਕੌਮਾਂਤਰੀ 135 ਸਾਡੀਆਂ ਕੌਮਾਂਤਰੀ ਉਡਾਨਾਂ ਨੇ ਜਿਹੜੀਆਂ ਦੇਰੀ ਨਾਲ ਚੱਲੀਆਂ। ਇਸੇ ਤਰ੍ਹਾਂ 28 ਉਡਾਨਾਂ ਦੇਰੀ ਨਾਲ ਆਈਆਂ। ਜਿਹੜੀਆਂ ਘਰੇਲੂ ਉਡਾਨਾਂ ਉਹਨਾਂ 'ਚ ਵੀ 43 ਦੇ ਕਰੀਬ ਘਰੇਲੂ ਉਡਾਨਾਂ ਦੇਰ ਨਾਲ ਉੜੀਆਂ ਤੇ 28 ਉਹਨਾਂ ਦੇ ਵਿੱਚੋਂ ਦੇਰ ਨਾਲ ਮਤਲਬ ਆਮਦ ਹੋਈ ਹੈ। ਤੇ ਇਸੇ ਤਰ੍ਹਾਂ 22 ਦੇ ਕਰੀਬ ਰੇਲ ਗੱਡੀਆਂ ਨੇ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ। ਸੋ ਰੇਲ ਆਵਾਜਾਈ, ਹਵਾਈ ਉਡਾਨਾਂ ਦੇ ਉੱਤੇ ਸਿੱਧਾ ਇਸ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਮੌਸਮ ਵਿਭਾਗ ਅਨੁਸਾਰ ਅਗਲੇ 3 ਤੋਂ 4 ਦਿਨ ਅਜੇ ਇਸੇ ਤਰ੍ਹਾਂ ਧੁੰਦ ਛਾਈ ਰਹਿਣ ਦੀ ਉਮੀਦ ਹੈ ਤੇ 31 ਤਰੀਕ ਦੇ ਨੇੜੇ ਤੇੜੇ ਮੀਂਹ ਪੈਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।